ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਸਾਡੀ ਤਾਂ ਕਿਸਮਤ ਹੀ ਖਰਾਬ ਆ ਜੋ ਇਹਨਾਂ ਦੋਨੋਂ ਬੁੱਢੇ ਬੁੱਢੀ ਨੂੰ ਆਪਣੇ ਨਾਲ ਰੱਖਣਾ ਪੈਂਦਾ। ਕੰਮ ਦੇ ਨਾ ਕਾਜ ਦੇ, ਦੁਸ਼ਮਣ ਅਨਾਜ ਦੇ। ਪ੍ਰੇਰਨਾ ਗੁੱਸੇ 'ਚ ਪ੍ਰੀਤੀ ਨੂੰ ਦੱਸਦੀ ਆ, ਜਦੋਂ ਦੇਖੋ ਕੁਝ ਕੰਮ ਕਰਨ ਨੂੰ ਕਹੋ ਤਾਂ ਕੁਝ ਨਾ ਕੁਝ ਬਹਾਨਾ ਬਣਾ ਦਿੰਦੇ ਆ। ਕਦੇ ਬੋਲਦੇ ਆ ਮੇਰੇ ਪੈਰ 'ਚ ਦਰਦ ਆ, ਕਦੇ ਬੋਲਦੇ ਆ ਮੇਰੀ ਪਿੱਠ 'ਚ ਦਰਦ ਆ। ਹੱਦ ਹੋ ਗਈ ਇਹਨਾਂ ਦੋਹਾਂ ਦੀ ਕੰਮ ਚੋਰੀ ਵਾਲੀ। ਤਾਂ ਖਾਣਾ ਤਾਂ 4 ਬੰਦਿਆਂ ਜਿੰਨਾ ਖਾ ਜਾਂਦੇ ਆ, ਪਰ ਕੰਮ ਤਾਂ ਥੋੜ੍ਹਾ ਜਿਹਾ ਵੀ ਨਹੀਂ ਕਰਦੇ। ਦੋਨੋਂ ਦਰਾਣੀ ਜਠਾਣੀ ਗੁੱਸੇ ਵਿੱਚ ਗੱਲਾਂ ਕਰ ਰਹੀਆਂ ਸੀ, ਆਪਣੇ ਸੱਸ ਸਹੁਰੇ ਬਾਰੇ ਤਿੱਖੇ ਵਿਅੰਗ ਕੱਸ ਰਹੀਆਂ ਸੀ। ਮੇਰਾ ਤਾਂ ਬੱਸ ਚੱਲੇ ਇਹਨਾਂ ਦੋਨੋਂ ਬੁੱਢੇ ਬੁੱਢੀ ਨੂੰ ਧੱਕਾ ਮਾਰ ਕੇ ਘਰ 'ਚੋਂ ਬਾਹਰ ਕੱਢ ਦੇਵਾਂ। ਪ੍ਰੀਤੀ ਹੱਸਦੇ ਹੋਏ ਕਹਿ ਰਹੀ ਸੀ। ਫਿਰ ਪ੍ਰੇਰਨਾ ਵੀ ਬੋਲੀ, ਮਨ ਤਾਂ ਮੇਰਾ ਵੀ ਕਰਦਾ, ਪਰ ਕੀ ਕਰ ਸਕਦੇ ਹਾਂ। ਦੋਨਾਂ ਨੂੰਹਾਂ ਦੀਆਂ ਗੱਲਾਂ ਸੁਣ ਕੇ ਸੱਸ ਸਹੁਰੇ ਦਾ ਮਨ ਦੁਖੀ ਹੋ ਰਿਹਾ ਸੀ। ਉਹ ਦੋਨੋਂ ਉਹਨਾਂ ਦਾ ਮੂੰਹ ਬੰਦ ਕਰਵਾਉਣਾ ਚਾਹੁੰਦੇ ਸੀ, ਪਰ ਅਜਿਹਾ ਨਹੀਂ ਕਰ ਸਕਦੇ ਸੀ। ਉਹ ਮਜਬੂਰ ਸੀ। ਉਹਨਾਂ ਦੇ ਅੱਗੇ ਇਹ ਸਭ ਸੁਣਨ ਦੇ ਬਾਵਜੂਦ ਉਹ ਦੋਨੋਂ ਚੁੱਪ ਹੀ ਰਹੇ। ਵਿਚਾਰੇ ਕਰਦੇ ਵੀ ਕੀ, ਬੁੱਢੀਆਂ ਹੱਡੀਆਂ 'ਚ ਇੰਨੀ ਜਾਨ ਨਹੀਂ ਸੀ ਕਿ ਉਹ ਕੁਝ ਬੋਲ ਸਕਦੇ। ਉਹ ਉੱਪਰ ਵਾਲੇ ਨੂੰ ਇਹੀ ਕਹਿੰਦੇ ਰਹਿੰਦੇ ਕਿ ਹੇ ਰੱਬਾ, ਤੂੰ ਸਾਨੂੰ ਇਹੋ ਜਿਹੀ ਔਲਾਦ ਕਿਉਂ ਦੇ ਦਿੱਤੀ, ਜਿਨ੍ਹਾਂ ਦੀ ਵਜ੍ਹਾ ਨਾਲ ਸਾਨੂੰ ਇਹ ਦਿਨ ਦੇਖਣਾ ਪੈ ਰਿਹਾ। ਇਸ ਤੋਂ ਤਾਂ ਚੰਗਾ ਸੀ ਕਿ ਅਸੀਂ ਬੇ-ਔਲਾਦ ਹੀ ਰਹਿੰਦੇ। ਇੰਨੀ ਪੂਜਾ ਪਾਠ ਦੁਆ ਕਰਨ ਦੇ ਬਾਅਦ ਨਲਾਇਕ ਔਲਾਦ ਮਿਲੇਗੀ ਜੋ ਆਪਣੇ ਮਾਤਾ ਪਿਤਾ ਦਾ ਸਨਮਾਨ ਕਰਨਾ ਤਾਂ ਦੂਰ, ਉਹਨਾਂ ਨੂੰ 2 ਵਕਤ ਦੀ ਰੋਟੀ ਵੀ ਚੈਨ ਨਾਲ ਨਹੀਂ ਦੇਣਗੇ। ਅਸੀਂ ਕਿੰਨੀ ਮਿਹਨਤ ਕੀਤੀ, ਕਿੱਡਾ ਵੱਡਾ ਵਪਾਰ ਖੜਾ ਕੀਤਾ, ਆਪਣਾ ਖੂਨ ਪਸੀਨਾ ਬਹਾਇਆ, ਪਰ ਸਾਨੂੰ ਤਾਂ 2 ਵਕਤ ਦੀ ਰੋਟੀ ਵੀ ਸਕੂਨ ਨਾਲ ਨਹੀਂ ਮਿਲ ਰਹੀ। ਦੋਨੋਂ ਪਤੀ ਪਤਨੀ ਇੱਕ ਦੂਜੇ ਦਾ ਮੂੰਹ ਦੇਖ ਰਹੇ ਸੀ, ਹੰਝੂ ਪੂੰਝ ਰਹੇ ਸੀ। ਦੋਨੋਂ ਨੂੰਹਾਂ ਨੂੰ ਅਸੀਂ ਕਿੰਨੇ ਪਿਆਰ ਨਾਲ ਵਿਆਹ ਕੇ ਲਿਆਏ ਸੀ। ਅਸੀਂ ਸੋਚਿਆ ਸੀ ਕਿ ਸਾਡੀਆਂ ਨੂੰਹਾਂ ਸਾਡੀਆਂ ਬੇਟੀਆਂ ਬੁਢਾਪੇ 'ਚ ਸਾਡੀ ਸੇਵਾ ਕਰਨਗੀਆਂ, ਪਰ ਇਹ ਤਾਂ ਉਲਟਾ ਹੀ ਸਾਡੇ ਤੋਂ ਆਪਣੀ ਸੇਵਾ ਕਰਵਾ ਰਹੀਆਂ। ਉਸ ਦੇ ਬਾਵਜੂਦ ਵੀ ਸਾਨੂੰ ਖਰੀਆਂ ਖੋਟੀਆਂ ਸੁਣਾਉਂਦੀਆਂ ਰਹਿੰਦੀਆਂ। ਸਾਡੇ ਬੁਢਾਪੇ 'ਤੇ ਜਮਾਂ ਤਰਸ ਨਹੀਂ ਆਉਂਦਾ। ਪਰ ਇਹਨਾਂ ਦਾ ਕੀ ਦੋਸ਼ ਆ ਜਦੋਂ ਸਾਡਾ ਆਪਣਾ ਹੀ ਸਿੱਕਾ ਖੋਟਾ। ਫਿਰ ਨੂੰਹਾਂ ਨੂੰ ਕੀ ਦੋਸ਼ ਦੇਈਏ ਜੋ ਦੂਜੇ ਘਰ ਤੋਂ ਆਈਆਂ। ਦੋਨੋਂ ਬਜ਼ੁਰਗ ਆਪਸ ਵਿੱਚ ਹੌਲੀ ਹੌਲੀ ਗੱਲਾਂ ਕਰ ਰਹੇ ਸੀ, ਆਪਣਾ ਦੁਖੜਾ ਰੋ ਰਹੇ ਸੀ। ਆਓ ਜਾਣਦੇ ਹਾਂ ਪ੍ਰਕਾਸ਼ ਜੀ ਤੇ ਉਹਨਾਂ ਦੀ ਪਤਨੀ ਸ਼ੀਲਾ ਦੀ ਕਹਾਣੀ, ਜੋ ਸਭ ਦੇ ਜੀਵਨ 'ਚ ਉਤਸ਼ਾਹ ਭਰ ਦੇਵੇਗੀ। ਵਿਆਹ ਦੇ 10 ਸਾਲ ਬਾਅਦ, ਕਿਸੇ ਦੀਆਂ ਦੁਆਵਾਂ ਤੇ ਕੁਝ ਦਵਾਈਆਂ ਦੇ ਸਦਕਾ 10 ਸਾਲ ਬਾਅਦ ਸ਼ੀਲਾ ਜੀ ਦੀ ਗੋਦ ਭਰੀ ਸੀ। 10 ਸਾਲ ਪਤਾ ਨਹੀਂ ਉਹਨਾਂ ਨੇ ਕਿੰਨੇ ਕੁ ਮਿਹਣੇ ਤਾਨੇ ਲਏ ਸੀ। ਉਹ ਵਿਚਾਰੀ ਕਰ ਵੀ ਕੀ ਸਕਦੀ ਸੀ। ਉਸ ਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਬਸ ਉਹਨਾਂ ਦੇ ਹੱਥਾਂ ਵਿੱਚ ਇੰਨਾ ਜ਼ਰੂਰ ਸੀ ਕਿ ਉਹ ਸਭ ਦੇ ਨਾਲ ਨਿਮਰਤਾਪੂਰਵਕ ਵਿਵਹਾਰ ਕਰ ਸਕਦੀ ਸੀ, ਜੋ ਉਸ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਸ ਦਾ ਵਿਵਹਾਰ ਤਾਂ ਇੰਨਾ ਚੰਗਾ ਸੀ ਕਿ ਪੱਥਰ ਦਿਲ ਇਨਸਾਨ ਦਾ ਦਿਲ ਵੀ ਉਹਨਾਂ ਦੇ ਵਿਵਹਾਰ 'ਤੇ ਪਿਘਲ ਜਾਵੇ। ਪਰ ਪਤਾ ਨਹੀਂ ਕਿਉਂ ਉਹਨਾਂ ਦੀ ਕਿਸਮਤ ਖਰਾਬ ਸੀ। ਉਹਨਾਂ ਨੂੰ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਸੀ, ਪਰ ਉਹ ਆਪਣੀ ਆਦਤ ਦੇ ਅਨੁਸਾਰ ਉਲਟਾ ਜਵਾਬ ਨਹੀਂ ਦਿੰਦੀ। ਚੁੱਪਚਾਪ ਰੋ ਕੇ ਸਭ ਕੁਝ ਬਰਦਾਸ਼ਤ ਕਰ ਲੈਂਦੀ। ਪਰ ਇੱਕ ਦਿਨ ਉੱਪਰ ਵਾਲੇ ਨੇ ਸ਼ੀਲਾ ਜੀ ਤੇ ਉਸ ਦੇ ਪਤੀ ਪ੍ਰਕਾਸ਼ ਜੀ 'ਤੇ ਤਰਸ ਖਾ ਲਿਆ। ਉਹਨਾਂ ਨੂੰ ਪੁੱਤਰ ਰਕੇਸ਼ ਦੀ ਪ੍ਰਾਪਤੀ ਹੋਈ। ਸ਼ੀਲਾ ਜੀ ਦੇ ਵਿਆਹ ਤੋਂ ਪਹਿਲਾਂ ਗੌਰਮੈਂਟ ਹਸਪੀਟਲ 'ਚ ਸਟਾਫ ਨਰਸ ਸੀ, ਪਰ ਜਦੋਂ ਬੱਚਾ ਗੋਦ 'ਚ ਆਇਆ ਤਾਂ ਉਹਨਾਂ ਨੇ ਨੌਕਰੀ ਛੱਡ ਦਿੱਤੀ, ਕਿਉਂਕਿ ਉਹ ਆਪਣੇ ਬੱਚੇ ਦੀ ਦੇਖਭਾਲ ਵਧੀਆ ਤਰੀਕੇ ਨਾਲ ਕਰ ਸਕੇ, ਉਸ ਨੂੰ ਚੰਗੇ ਸੰਸਕਾਰ ਦੇ ਸਕੇ। ਫਿਰ 2 ਸਾਲ ਦੇ ਅੰਦਰ ਹੀ ਸ਼ੀਲਾ ਜੀ ਨੂੰ ਫਿਰ ਇੱਕ ਬੇਟੇ ਦੀ ਪ੍ਰਾਪਤੀ ਹੋਈ। ਸ਼ੀਲਾ ਜੀ ਆਪਣੇ ਦੋਨੋਂ ਬੇਟੇ ਰਕੇਸ਼ ਅਤੇ ਰਤਨ ਦੇ ਪਾਲਣ ਪੋਸ਼ਣ 'ਚ ਬਿਜ਼ੀ ਹੋ ਗਈ। ਪ੍ਰਕਾਸ਼ ਜੀ ਉਹਨਾਂ ਨੂੰ ਕਈ ਵਾਰ ਕਹਿੰਦੇ ਕਿ ਉਹਨਾਂ ਦੇ ਦੋਸਤ ਬਾਹਰ ਘੁੰਮਣ ਲਈ ਜਾ ਰਹੇ ਆ ਤਾਂ ਸਾਨੂੰ ਵੀ ਜਾਣਾ ਚਾਹੀਦਾ, ਪਰ ਸ਼ੀਲਾ ਜੀ ਆਪਣੀ ਬੱਚਿਆਂ ਦੀ ਪਰਵਰਿਸ਼ ਜਾਂ ਉਹਨਾਂ ਦੀ ਤਬੀਅਤ ਦਾ ਵਾਸਤਾ ਦੇ ਕੇ ਉਹਨਾਂ ਨੂੰ ਮਨਾ ਕਰ ਦਿੰਦੀ। ਹੌਲੀ ਹੌਲੀ ਦਿਨ ਲੰਘਦੇ ਗਏ। ਪ੍ਰਕਾਸ਼ ਜੀ ਦੇ ਦੋਸਤ ਹਮੇਸ਼ਾ ਕਹਿੰਦੇ, ਯਾਰ ਤੂੰ ਦਿਨ ਰਾਤ ਕੰਮ 'ਚ ਲੱਗਿਆ ਰਹਿਣਾ, ਸਾਰਾ ਸਮਾਂ ਪਰਿਵਾਰ ਦੇ ਲਈ ਕੱਢ ਦਿੰਨਾ, ਕੁਝ ਸਮਾਂ ਆਪਣੇ ਲਈ ਵੀ ਕੱਢ ਲਿਆ ਕਰ। ਉਹਨਾਂ ਦੀਆਂ ਗੱਲਾਂ ਸੁਣ ਕੇ ਪ੍ਰਕਾਸ਼ ਜੀ ਕਹਿੰਦੇ, ਭਾਈ ਤੁਸੀਂ ਸਮਝਦੇ ਨਹੀਂ ਹੋ, ਸਾਡੇ 2 ਬੇਟੇ ਆ, ਸਾਡੀ ਤਾਂ ਇਹੀ ਬੁਢਾਪੇ ਦੀ ਲਾਠੀ ਬਣਨਗੇ। ਉਹਨਾਂ ਨੂੰ ਕੀ ਪਤਾ ਸੀ ਕਿ ਜਿਨ੍ਹਾਂ ਨੂੰ ਉਹ ਬੁਢਾਪੇ ਦੀ ਲਾਠੀ ਸਮਝ ਰਹੇ ਆ, ਉਹ ਉਹਨਾਂ 'ਤੇ ਲਾਠੀ ਬਰਸਾਉਣਗੇ।
ਪ੍ਰਕਾਸ਼ ਜੀ ਆਪਣੇ ਜ਼ਮਾਨੇ ਦੇ ਨਾਮਵਾਰ ਕੱਪੜਿਆਂ ਦੇ ਵਪਾਰੀ ਸੀ। ਉਹਨਾਂ ਦਾ ਵਪਾਰ ਬਹੁਤ ਚੰਗਾ ਸੀ। ਆਸ-ਪਾਸ ਦੇ ਥੋਕ ਵਪਾਰੀ ਜਾਂ ਰਿਟੇਲਰ ਵਪਾਰੀ ਉਹਨਾਂ ਦੇ ਕੋਲ ਸਮਾਨ ਲੈ ਕੇ ਜਾਂਦੇ ਸੀ। ਉਹਨਾਂ ਦੀ ਜਾਣ ਪਹਿਚਾਣ ਬਹੁਤ ਵੱਧ ਗਈ। ਉਹਨਾਂ ਨੇ ਚਾਹੇ ਜ਼ਿਆਦਾ ਪੈਸੇ ਨਹੀਂ ਕਮਾਏ ਸੀ, ਪਰ ਇੱਜ਼ਤ ਬਹੁਤ ਕਮਾਈ ਸੀ। ਹੁਣ ਦੋਨਾਂ ਬੇਟਿਆਂ ਦਾ ਵਿਆਹ ਪ੍ਰਕਾਸ਼ ਜੀ ਨੇ ਬੜੀ ਧੂਮ-ਧਾਮ ਨਾਲ ਕਰ ਦਿੱਤਾ। ਉਹਨਾਂ ਲਈ ਅਮੀਰ ਘਰਾਣਿਆਂ ਤੋਂ ਰਿਸ਼ਤੇ ਆਏ, ਪਰ ਉਹਨਾਂ ਨੇ ਗਰੀਬ ਪਰਿਵਾਰ ਦੀਆਂ ਵੀ ਕੁੜੀ ਨਾਲ ਵਿਆਹ ਇਹ ਸੋਚ ਕੇ ਕਰ ਦਿੱਤਾ ਕਿ ਅਮੀਰ ਘਰ ਦੀਆਂ ਬੇਟੀਆਂ ਤਾਂ ਕੋਈ ਵੀ ਆਪਣੇ ਘਰ ਦੀ ਨੂੰਹ ਬਣਾ ਲਵੇਗਾ, ਪਰ ਗਰੀਬ ਘਰ ਦੀ ਬੇਟੀ ਨੂੰ ਆਪਣੀ ਨੂੰਹ ਬਣਾਉਣਾ ਸਾਰੇ ਲੋਕ ਪਸੰਦ ਨਹੀਂ ਕਰਦੇ। ਇੰਨੀ ਚੰਗੀ ਸੋਚ ਦੇ ਨਾਲ ਉਹਨਾਂ ਨੇ ਆਪਣੀ ਨੂੰਹ ਗਰੀਬ ਘਰ ਤੋਂ ਲੈ ਆਈ। ਨੂੰਹ ਅਜਿਹੀ ਆਈ ਕਿ ਧਨ ਦੌਲਤ ਦੇਖ ਕੇ ਉਹਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਉਸਨੇ ਕਦੇ ਆਪਣੇ ਪਿਤਾ ਦੇ ਘਰ 'ਚ ਪੇਟ ਭਰ ਕੇ ਭੋਜਨ ਨਹੀਂ ਖਾਧਾ ਸੀ। ਸਹੁਰੇ ਘਰ ਧਨ ਦੌਲਤ ਦੇਖ ਕੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਦੋਨੋਂ ਨੂੰਹਾਂ ਵਿੱਚ ਇੱਕ ਹੀ ਖੂਬੀ ਬਹੁਤ ਚੰਗੀ ਸੀ ਕਿ ਉਹ ਦੇਖਣ 'ਚ ਬਹੁਤ ਸੋਹਣੀਆਂ ਸੀ, ਜਿਸ ਕਾਰਨ ਪ੍ਰਕਾਸ਼ ਜੀ ਦੇ ਦੋਨੋਂ ਬੇਟੇ ਰਾਕੇਸ਼ ਅਤੇ ਰਤਨ ਆਪਣੀਆਂ ਪਤਨੀਆਂ ਪ੍ਰੇਰਨਾ ਅਤੇ ਪ੍ਰੀਤੀ ਨਾਲ ਬਹੁਤ ਪਿਆਰ ਕਰਦੇ। ਉਹਨਾਂ ਦੀਆਂ ਪਤਨੀਆਂ ਜਿਵੇਂ ਕਹਿੰਦੀਆਂ ਉਹ ਉਵੇਂ ਕਰਦੇ। ਜਦੋਂ ਤੱਕ ਦੋਨੋਂ ਭਰਾਵਾਂ ਦਾ ਵਿਆਹ ਨਹੀਂ ਹੋਇਆ ਸੀ, ਉਦੋਂ ਤੱਕ ਤਾਂ ਦੋਨੋਂ ਭਰਾ ਆਪਣੇ ਮਾਂ-ਬਾਪ ਦੇ ਲਈ ਆਪਣੀ ਜਾਨ ਦਿੰਦੇ ਸੀ, ਪਰ ਵਿਆਹ ਹੁੰਦੇ ਹੌਲੀ-ਹੌਲੀ ਆਪਣੇ ਮਾਂ-ਬਾਪ ਤੋਂ ਇੰਨੀ ਦੂਰੀ ਕਿਵੇਂ ਹੋ ਗਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਪ੍ਰਕਾਸ਼ ਜੀ ਨੇ ਆਪਣੇ ਦੋਨਾਂ ਬੇਟਿਆਂ ਨੂੰ ਆਪਣੇ ਸ਼ਹਿਰ ਦੇ ਬਹੁਤ ਵੱਡੇ ਸਕੂਲ ਵਿੱਚ ਇਹ ਸੋਚ ਕੇ ਪੜ੍ਹਾਇਆ ਕਿ ਉਹ ਚੰਗੀ ਨੌਕਰੀ ਕਰਨਗੇ। ਦੋਨੋਂ ਹੀ ਪੜ੍ਹਾਈ 'ਚ ਇੰਨੇ ਕਮਜ਼ੋਰ ਨਿਕਲੇ ਕਿ ਦੋਨਾਂ ਨੇ ਆਪਣੇ ਮਾਤਾ-ਪਿਤਾ ਦਾ ਬਿਜ਼ਨਸ ਨੂੰ ਅੱਗੇ ਵਧਾਉਣ ਦੀ ਸੋਚੀ। ਫਿਰ ਪ੍ਰਕਾਸ਼ ਜੀ ਨੇ ਵੀ ਸੋਚਿਆ ਕਿ ਉਹਨਾਂ ਦਾ ਬੇਟਾ ਹਮੇਸ਼ਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਰਹੇਗਾ ਤਾਂ ਉਹਨਾਂ ਨੂੰ ਚੰਗਾ ਲੱਗੇਗਾ। ਇਸ ਲਈ ਉਹਨਾਂ ਦੋਹਾਂ ਨੇ ਆਪਣੇ ਕਾਰੋਬਾਰ 'ਚ ਲਗਾ ਲਿਆ। ਇੱਕ ਦਿਨ ਪ੍ਰਕਾਸ਼ ਜੀ ਨੇ ਆਪਣੇ ਰੈਗੂਲਰ ਕਸਟਮਰ ਨੂੰ ਸਮਾਨ ਉਧਾਰ 'ਤੇ ਦੇ ਦਿੱਤਾ, ਪਰ ਉਸ ਦਾ ਨਾਮ ਆਪਣੀ ਡਾਇਰੀ 'ਚ ਲਿਖਣਾ ਭੁੱਲ ਗਏ। ਉਸ ਸਮੇਂ ਤਿਉਹਾਰ ਦਾ ਸੀਜ਼ਨ ਸੀ। ਦੁਕਾਨ 'ਤੇ ਬਹੁਤ ਭੀੜ ਸੀ। ਪ੍ਰਕਾਸ਼ ਜੀ ਦੇ ਚੰਗੇ ਵਿਵਹਾਰ ਦੇ ਕਾਰਨ ਸਾਰੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਸੀ। ਇਸ ਲਈ ਉਹ ਕਸਟਮਰ ਦੇ ਤੋਂ ਬਾਅਦ ਉਹਨਾਂ ਦੇ ਉਧਾਰ ਦੇ ਪੈਸੇ ਦੇਣ ਆਇਆ। ਜਦੋਂ ਉਹਨਾਂ ਨੇ ਡਾਇਰੀ ਖੋਲ੍ਹ ਕੇ ਦੇਖੀ ਤਾਂ ਉਸ 'ਚ ਨਾਮ ਹੀ ਨਹੀਂ ਸੀ। ਉਹਨਾਂ ਨੇ ਆਪਣੀ ਗਲਤੀ ਉਸ ਕਸਟਮਰ ਦੇ ਸਾਹਮਣੇ ਸਵੀਕਾਰ ਕਰ ਲਈ। ਤਿਉਹਾਰ ਵਿੱਚ ਭੀੜ ਜ਼ਿਆਦਾ ਹੋਣ ਦੇ ਕਾਰਨ ਉਹਨਾਂ ਨੇ ਡਾਇਰੀ 'ਚ ਉਸ ਦਾ ਨਾਮ ਹੀ ਨਹੀਂ ਲਿਖਿਆ ਸੀ, ਪਰ ਉਸ ਦਾ ਕਿੰਨਾ ਉਧਾਰ ਆ ਇਹ ਉਹਨਾਂ ਨੂੰ ਜ਼ਬਾਨੀ ਯਾਦ ਸੀ। ਜਦੋਂ ਕਸਟਮਰ ਨੇ ਰਸੀਦ ਦਿਖਾਈ ਤਾਂ ਉਸ 'ਚ ਓਨਾ ਹੀ ਅਮਾਊਂਟ ਸੀ ਜਿੰਨਾ ਪ੍ਰਕਾਸ਼ ਜੀ ਨੇ ਦੱਸਿਆ। ਫਿਰ ਕਸਟਮਰ ਦੀ ਨਜ਼ਰ ਵਿੱਚ ਪ੍ਰਕਾਸ਼ ਜੀ ਦੀ ਇੱਜ਼ਤ ਹੋਰ ਵੱਧ ਗਈ, ਕਿਉਂਕਿ ਇਹ ਸਾਰੀਆਂ ਗੱਲਾਂ ਉਹਨਾਂ ਦਾ ਬੇਟਾ ਪ੍ਰਕਾਸ਼ ਅਤੇ ਰਾਕੇਸ਼ ਸੁਣ ਰਹੇ ਸੀ। ਉਹ ਆਪਣੇ ਪਿਤਾ 'ਤੇ ਗੁੱਸੇ 'ਚ ਅੱਗ ਬਬੂਲਾ ਹੋ ਰਿਹਾ ਸੀ। ਆਪਣੇ ਮਨ 'ਚ ਸੋਚ ਰਿਹਾ ਸੀ ਕਿ ਆਪਣੇ ਪਿਤਾ ਨੂੰ ਦੁਕਾਨ 'ਤੇ ਕਦੇ ਨਹੀਂ ਆਉਣ ਦੇਵੇਗਾ। ਉਹ ਕਸਟਮਰ ਦੀਆਂ ਨਜ਼ਰਾਂ 'ਚ ਪ੍ਰਕਾਸ਼ ਦੀ ਇੱਜ਼ਤ ਪਹਿਲਾਂ ਹੀ 10 ਗੁਣਾ ਵੱਧ ਚੁੱਕੀ ਸੀ ਕਿ ਪ੍ਰਕਾਸ਼ ਜੀ ਦੇ ਕਿੰਨੇ ਸੱਜਣ ਵਿਅਕਤੀ ਆ। ਕਈ ਲੱਖਾਂ ਦਾ ਉਧਾਰ ਦੇਣ ਦੇ ਬਾਅਦ ਵੀ ਡਾਇਰੀ 'ਚ ਇਹ ਸੋਚ ਕੇ ਨਾਮ ਨਹੀਂ ਲਿਖਿਆ ਕਿ ਜੇ ਸਾਡੇ ਚੰਗੇ ਕਰਮ ਆ ਤਾਂ ਕੋਈ ਵੀ ਇਨਸਾਨ ਸਾਡੇ ਨਾਲ ਬੇਈਮਾਨੀ ਨਹੀਂ ਕਰ ਸਕਦਾ। ਇਹ ਗੱਲ ਉਸਨੇ ਆਪਣੇ ਚਾਰੇ ਦੋਸਤਾਂ ਨੂੰ ਵੀ ਦੱਸੀਆਂ ਤੇ ਉਹਨਾਂ ਦੇ 4 ਦੋਸਤਾਂ ਨੇ ਵੀ 4 ਦੋਸਤਾਂ ਨੂੰ ਦੱਸਿਆ ਹੋਵੇਗਾ। ਇਸ ਤਰ੍ਹਾਂ ਪ੍ਰਕਾਸ਼ ਜੀ ਦੀ ਪ੍ਰਸ਼ੰਸਾ ਚਾਰੇ ਪਾਸੇ ਫੈਲ ਗਈ, ਪਰ ਉਹਨਾਂ ਦੇ ਇਸ ਕੰਮ ਤੋਂ ਖੁਸ਼ ਨਹੀਂ ਸੀ। ਉਹ ਸੀ ਉਹਨਾਂ ਦੇ ਬੇਟੇ। ਉਸ ਦਿਨ ਰਤਨ ਦੁਕਾਨ ਦੇ ਲਈ ਸਮਾਨ ਲੈਣ ਸ਼ਹਿਰ ਗਿਆ ਹੋਇਆ ਸੀ, ਇਸ ਲਈ ਪ੍ਰਕਾਸ਼ ਜੀ ਦੀ ਇੱਜ਼ਤ ਵੱਧ ਗਈ। ਪਰ ਰਾਕੇਸ਼ ਤੇ ਰਤਨ ਦੋਨੋਂ ਹੀ ਉਸ ਦਿਨ ਦੁਕਾਨ 'ਤੇ ਹੁੰਦੇ ਤਾਂ ਸ਼ਾਇਦ ਪ੍ਰਕਾਸ਼ ਜੀ ਨੂੰ ਵੀ ਕੁੱਟ ਪੈ ਸਕਦੀ ਸੀ। ਰਾਕੇਸ਼ ਨੇ ਆਪਣੇ ਪਿਤਾ ਨੂੰ ਇੰਨਾ ਕਿਹਾ ਕਿ ਪਾਪਾ ਤੁਸੀਂ ਥੱਕ ਗਏ ਹੋਵੋਗੇ, ਤੁਹਾਡਾ ਦਿਮਾਗ ਵੀ ਕੰਮ ਕਰਨਾ ਬੰਦ ਹੋ ਰਿਹਾ, ਇਸ ਲਈ ਤੁਸੀਂ ਘਰ ਜਾਓ, ਆਰਾਮ ਕਰੋ, ਥੋੜ੍ਹਾ ਚੰਗਾ ਮਹਿਸੂਸ ਕਰੋਗੇ, ਫਿਰ ਆਉਣ ਬਾਰੇ ਸੋਚਿਆ ਨਹੀਂ ਤਾਂ ਇੱਥੇ ਆਉਣ ਦੀ ਜ਼ਰੂਰਤ ਨਹੀਂ। ਇਹ ਕਹਿੰਦੇ ਹੋਏ ਉਹਨਾਂ ਨੂੰ ਗੁੱਸੇ 'ਚ ਘਸੀਟਦਾ ਹੋਇਆ ਦੁਕਾਨ ਤੋਂ ਬਾਹਰ ਧੱਕੇ ਮਾਰ ਕੇ ਕੱਢ ਗਿਆ। ਵਿਚਾਰੇ ਪ੍ਰਕਾਸ਼ ਜੀ ਉਸ ਦਿਨ ਰਸਤੇ 'ਚ ਰੋਂਦੇ ਹੋਏ ਆਪਣੇ ਘਰ ਵਾਪਸ ਆਏ ਤਾਂ ਉਹਨਾਂ ਦੀਆਂ ਅੱਖਾਂ ਲਾਲ ਅਤੇ ਸੁੱਜੀਆਂ ਹੋਈਆਂ ਸੀ। ਉਹਨਾਂ ਦਾ ਚਿਹਰਾ ਦੇਖ ਕੇ ਸ਼ੀਲਾ ਬੋਲੀ, ਤੁਹਾਨੂੰ ਕੀ ਹੋਇਆ? ਤੁਹਾਨੂੰ ਕਿਸੇ ਨੇ ਕੁਝ ਕਿਹਾ? ਪ੍ਰਕਾਸ਼ ਜੀ ਸ਼ੀਲਾ ਜੀ ਨੂੰ ਸਾਰੀ ਗੱਲ ਦੱਸ ਰਹੇ ਸੀ ਜੋ ਦੁਕਾਨ 'ਤੇ ਉਹਨਾਂ ਦੇ ਨਾਲ ਹੋਈ ਸੀ। ਸ਼ੀਲਾ ਜੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹਨਾਂ ਦੇ ਬੇਟੇ ਆਪਣੇ ਪਿਤਾ ਦੇ ਨਾਲ ਇਸ ਤਰ੍ਹਾਂ ਕਰ ਸਕਦੇ ਆ। ਜਦੋਂ ਰਾਕੇਸ਼ ਦੇ ਘਰ ਆਉਣ ਤੋਂ ਬਾਅਦ ਸਾਰਿਆਂ ਨੇ ਖਾਣਾ ਖਾਧਾ। ਰਾਕੇਸ਼ ਨੂੰ ਆਪਣੇ ਕੋਲ ਆਉਣ ਦੇ ਲਈ ਕਿਹਾ,
ਪਰ ਉਹ ਆਪਣੀ ਮਾਂ ਦੇ ਕੋਲ ਨਹੀਂ ਗਿਆ। ਉਹ ਆਪਣੇ ਕਮਰੇ 'ਚ ਚਲਾ ਗਿਆ। ਸ਼ੀਲਾ ਜੀ ਨੂੰ ਰਾਕੇਸ਼ ਦੀ ਇਹ ਗੱਲ ਚੰਗੀ ਨਹੀਂ ਲੱਗੀ। ਫਿਰ ਉਹ ਉੱਚੀ ਆਵਾਜ਼ ਵਿੱਚ ਬੋਲੀ, ਰਾਕੇਸ਼, ਤੈਨੂੰ ਸਮਝ ਨਹੀਂ ਆ ਰਿਹਾ? ਰਾਕੇਸ਼ ਗੁੱਸੇ ਵਿੱਚ ਆਪਣੇ ਕਮਰੇ ਵਿੱਚੋਂ ਨਿਕਲਿਆ। ਫਿਰ ਰਤਨ ਵੀ ਆ ਗਿਆ। ਰਾਕੇਸ਼ ਬੋਲਿਆ, ਕੀ ਮੈਂ ਤੁਹਾਡਾ ਦੋਹਾਂ ਦਾ ਨੌਕਰ ਹਾਂ? ਜਦੋਂ ਚਾਹੋ ਤੁਹਾਡੇ ਕੋਲ ਭੱਜਿਆ ਆਵਾਂ। ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਓ, ਅੱਜ ਤੋਂ ਬਾਅਦ ਇਸ ਘਰ ਵਿੱਚ ਉਹੀ ਹੋਵੇਗਾ ਜੋ ਮੈਂ ਚਾਹਾਂਗਾ। ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਜਾਣ ਲੱਗਿਆ। ਉਸ ਸਮੇਂ ਰਤਨ ਬੋਲਿਆ, ਵਾਹ ਬਈ, ਤੁਸੀਂ ਤਾਂ ਬਹੁਤ ਛੁਪੇ ਰਸਤਮ ਨਿਕਲੇ। ਪਾਪਾ ਤੋਂ ਚੋਰੀ ਸਾਈਨ ਕਰਵਾ ਕੇ ਨਕਲੀ ਪੇਪਰ ਬਣਵਾ ਕੇ ਹਿੱਸਾ ਲੈ ਲਿਆ, ਤੇ ਜਦੋਂ ਪੈਸਿਆਂ ਦੀ ਗੱਲ ਆਈ ਤਾਂ ਪੂਰਾ ਪਾਸਾ ਹੀ ਪਲਟ ਲਿਆ। ਸ਼ੀਲਾ ਜੀ ਤੇ ਪ੍ਰਕਾਸ਼ ਜੀ ਦੋਨੋਂ ਬੇਟਿਆਂ ਨੂੰ ਬੁੱਤ ਬਣੇ ਦੇਖਦੇ ਰਹਿ ਗਏ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਦੋਨੋਂ ਕੀ ਕਹਿ ਰਹੇ ਆ। ਉਹਨਾਂ ਦੇ ਵੱਡੇ ਬੇਟੇ ਰਾਕੇਸ਼ ਨੇ ਰਤਨ ਦਾ ਕਾਲਰ ਫੜ ਲਿਆ, ਉਸ ਨੂੰ ਮਾਰਨ ਦੇ ਲਈ ਹੱਥ ਚੁੱਕਿਆ। ਕਿਉਂ, ਤੇਰੀ ਜ਼ੁਬਾਨ ਜ਼ਿਆਦਾ ਚੱਲਦੀ ਆ? ਤੈਨੂੰ ਇਸ ਪ੍ਰਾਪਰਟੀ 'ਚੋਂ ਹਿੱਸਾ ਚਾਹੀਦਾ ਤਾਂ ਮੈਂ ਜਿਵੇਂ ਕਹਿਣਾ ਉਵੇਂ ਕਰ, ਨਹੀਂ ਤਾਂ ਤੈਨੂੰ ਕੁਝ ਨਹੀਂ ਮਿਲੇਗਾ, ਸਮਝ ਗਿਆ? ਇਹ ਕਹਿ ਕੇ ਉਸ ਨੂੰ ਮਾਰਨ ਦੇ ਲਈ ਹੱਥ ਚੁੱਕਿਆ। ਫਿਰ ਰਤਨ ਦੀ ਪਤਨੀ ਪ੍ਰੀਤੀ ਨੇ ਰਾਕੇਸ਼ ਦਾ ਹੱਥ ਫੜ ਲਿਆ ਤੇ ਕਿਹਾ, ਜੇਠ ਜੀ, ਕਾਨੂੰਨ ਦੀ ਕਿਤਾਬ ਮੈਂ ਵੀ ਪੜ੍ਹੀ ਆ, ਵਕਾਲਤ ਦੀ ਪੜ੍ਹਾਈ ਮੈਂ ਵੀ ਕੀਤੀ ਆ। ਤੁਸੀਂ ਧੋਖੇ ਨਾਲ ਪਾਪਾ ਦੀ ਸਾਰੀ ਪ੍ਰਾਪਰਟੀ ਹੜੱਪ ਲਈ, ਆਪਣਾ ਕਬਜ਼ਾ ਕਰ ਲਿਆ। ਇਸ ਅਪਰਾਧ ਲਈ 420 ਦਾ ਕੇਸ ਕਰਵਾ ਕੇ ਤੁਹਾਨੂੰ ਹੁਣੇ ਅੰਦਰ ਕਰਵਾ ਸਕਦੀ ਹਾਂ। ਪ੍ਰੀਤੀ ਦੀਆਂ ਗੱਲਾਂ ਸੁਣ ਕੇ ਰਾਕੇਸ਼ ਸਦਮੇ 'ਚ ਆ ਗਿਆ ਤੇ ਬੋਲਿਆ, ਮੇਰਾ ਇਹ ਕਹਿਣ ਦਾ ਮਤਲਬ ਨਹੀਂ, ਰਤਨ ਤੇ ਮੈਂ ਦੋਨੋਂ ਮੰਮੀ ਪਾਪਾ ਦੇ ਔਲਾਦ ਆ। ਜਿੰਨੀ ਵੀ ਪ੍ਰਾਪਰਟੀ ਆ ਸਾਡੇ ਦੋਹਾਂ ਭਰਾਵਾਂ ਦਾ ਬਰਾਬਰ ਦਾ ਹੱਕ ਬਣਦਾ। ਮੈਂ ਇਹੀ ਕਹਿਣਾ ਚਾਹੁੰਦਾ ਸੀ। ਪ੍ਰੀਤੀ ਮੁਸਕਰਾਹਟ ਦੇ ਨਾਲ ਬੋਲੀ, ਜੇਠ ਜੀ, ਸਹੀ ਰਸਤੇ 'ਤੇ ਹੀ ਚੱਲੋ, ਤੁਹਾਡੇ ਲਈ ਠੀਕ ਰਹੇਗਾ। ਨਹੀਂ ਤਾਂ ਅੱਗੇ ਕੀ ਹੋਵੇਗਾ, ਉਸ ਦੇ ਅੰਜਾਮ ਲਈ ਆਪਣੇ ਆਪ ਨੂੰ ਤਿਆਰ ਰੱਖਿਓ। ਦੋਨਾਂ ਬੇਟਿਆਂ ਤੇ ਨੂੰਹਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਮਾਂ-ਪਿਓ ਦੇ ਮੂੰਹ 'ਚੋਂ ਆਵਾਜ਼ ਹੀ ਨਹੀਂ ਨਿਕਲ ਰਹੀ ਸੀ। ਫਿਰ ਪ੍ਰਕਾਸ਼ ਜੀ ਨੇ ਹਿੰਮਤ ਕਰਕੇ ਸਿਰਫ ਇੰਨਾ ਹੀ ਪੁੱਛਿਆ ਕਿ ਓਏ ਨਲਾਇਕੋ, ਤੁਸੀਂ ਦੋਹਾਂ ਨੇ ਕਾਗਜ਼ 'ਤੇ ਮੇਰੇ ਤੋਂ ਸਾਈਨ ਕਦੋਂ ਕਰਵਾ ਲਏ? ਮੈਨੂੰ ਪਤਾ ਹੀ ਨਹੀਂ ਲੱਗਿਆ। ਰਤਨ ਬੋਲਿਆ, ਓਏ ਬੁੱਢਿਆ, ਸਾਨੂੰ ਨਲਾਇਕ ਕਹਿਣ ਦੀ ਜ਼ਰੂਰਤ ਨਹੀਂ। ਅਸੀਂ ਤਾਂ ਇੰਨੇ ਲਾਇਕ ਹਾਂ ਕਿ ਚੰਗਾ ਹੋਇਆ ਸਮਾਂ ਰਹਿੰਦੇ ਹੋਏ ਤੁਹਾਡੇ ਤੋਂ ਪ੍ਰਾਪਰਟੀ ਆਪਣੇ ਨਾਮ ਕਰਵਾ ਲਈ, ਨਹੀਂ ਤਾਂ ਪਤਾ ਨਹੀਂ ਬਿਨਾਂ ਮਤਲਬ ਦੇ ਸਾਰਾ ਤਾਂ ਇਸੇ ਤਰ੍ਹਾਂ ਉਡਾ ਦਿੰਦੇ। ਤੁਹਾਡੀ ਹੁਣ ਉਮਰ ਹੋ ਚੁੱਕੀ ਆ, ਤੁਹਾਡਾ ਦਿਮਾਗ ਵੀ ਕੰਮ ਕਰਨਾ ਛੱਡ ਗਿਆ। ਤੁਸੀਂ ਪੁੱਛ ਰਹੇ ਹੋ ਕਿ ਅਸੀਂ ਇਹ ਸਾਈਨ ਕਦੋਂ ਕਰਵਾਈ, ਤਾਂ ਸੁਣੋ, ਜਦੋਂ ਤਿਉਹਾਰ ਦੇ ਸੀਜ਼ਨ ਵਿੱਚ ਸਾਰੇ ਪੇਪਰ ਲੈਣ ਦੇਣ ਵਾਲੇ ਹੋ ਰਹੇ ਸੀ, ਉਦੋਂ ਮੈਂ ਉਹਨਾਂ ਪੇਪਰਾਂ 'ਚ ਕੁਝ ਪ੍ਰਾਪਰਟੀ ਦੇ ਪੇਪਰ ਵੀ ਰੱਖ ਦਿੱਤੇ ਸੀ। ਤੁਸੀਂ ਪੁੱਤਰ ਮੋਹ 'ਚ ਅੰਨੇ ਹੋ ਕੇ ਬਿਨਾਂ ਸਾਨੂੰ ਸਵਾਲ ਜਵਾਬ ਕੀਤੇ ਬੇਫਿਕਰ ਹੋ ਕੇ ਸਾਈਨ ਕਰ ਦਿੱਤੇ। ਬਸ ਇਸੇ ਤਰ੍ਹਾਂ ਅਸੀਂ ਪ੍ਰਾਪਰਟੀ ਦੇ ਸਾਰੇ ਪੇਪਰ ਸਾਈਨ ਕਰਵਾ ਲਏ। ਜੇ ਅਸੀਂ ਦੋਨੋਂ ਭਰਾ ਤੁਹਾਨੂੰ ਸਿੱਧਾ ਸਾਈਨ ਕਰਨ ਦੇ ਲਈ ਕਹਿੰਦੇ ਤਾਂ ਤੁਸੀਂ ਬਿਲਕੁਲ ਨਹੀਂ ਮੰਨਣਾ ਸੀ। ਇਸ ਲਈ ਸਾਨੂੰ ਇਹ ਚਾਲ ਚੱਲਣੀ ਪਈ। ਕੀ ਜ਼ਮਾਨਾ ਆ ਗਿਆ, ਅੱਜ ਕੱਲ੍ਹ ਪਿਓ ਨੂੰ ਤਾਂ ਆਪਣੀ ਔਲਾਦ 'ਤੇ ਭਰੋਸਾ ਨਹੀਂ ਰਹਿ ਗਿਆ। ਇਸ ਲਈ ਔਲਾਦ ਵੀ ਕੀ ਕਰੇ, ਵਿਚਾਰਿਆਂ ਨੂੰ ਉਲਟੇ ਸਿਰ ਦੇ ਹੱਥ ਕੰਡੇ ਅਪਣਾਉਣੇ ਪੈਂਦੇ ਆ। ਇਹ ਕਹਿ ਕੇ ਰਤਨ ਉੱਥੋਂ ਜਾਣ ਲੱਗਿਆ। ਉਦੋਂ ਪਿੱਛੇ ਉਸ ਦੀ ਪਤਨੀ ਪ੍ਰੀਤੀ ਵੀ ਚਲੀ ਗਈ। ਰਾਕੇਸ਼ ਉੱਥੋਂ ਗੁੱਸੇ 'ਚ ਦੇਖਦਾ ਹੋਇਆ ਆਪਣੇ ਕਮਰੇ 'ਚ ਚਲਾ ਗਿਆ ਤੇ ਉਹਦੀ ਪਤਨੀ ਵੀ ਚਲੀ ਗਈ। ਫਿਰ ਪ੍ਰਕਾਸ਼ ਜੀ ਮਾਣੀ ਮਨ 'ਚ ਬੋਲੇ, ਵਾਹ ਓਏ ਮੇਰੀ ਔਲਾਦ, ਜਿਸ ਔਲਾਦ ਦੇ ਲਈ ਮੇਰੀ ਪਤਨੀ 10 ਸਾਲ ਤੱਕ ਰੋਈ, ਕਿੱਥੇ ਕਿੱਥੇ ਮੱਥੇ ਟੇਕੇ, ਫਿਰ ਕਿਤੇ ਜਾ ਕੇ ਤੁਹਾਡਾ ਮੂੰਹ ਦੇਖਣ ਨੂੰ ਮਿਲਿਆ। ਪਰ ਸਮਾਂ ਆਉਣ 'ਤੇ ਇਹਨਾਂ ਨੇ ਸਾਡੇ ਨਾਲ ਹੀ ਧੋਖਾ ਕਰ ਦਿੱਤਾ। ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਕਦੇ ਵੀ ਰੱਬ ਤੋਂ ਔਲਾਦ ਨਾ ਮੰਗਦੇ। ਰਤਨ ਦਾ ਇਹ ਸ਼ਬਦ ਕਿ ਅੱਜ ਕੱਲ੍ਹ ਮਾਂ-ਬਾਪ ਦੇ ਕਾਰਨ ਹੀ ਉਲਟੇ ਸਿੱਧੇ ਹੱਥ ਕੰਡੇ ਅਪਣਾਉਣੇ ਪੈਂਦੇ ਆ, ਦਿਲ ਨੂੰ ਚੀਰ ਕੇ ਰੱਖ ਗਿਆ। ਜਦ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਉਲਟੇ ਸਿੱਧੇ ਹੱਥ ਕੰਡੇ ਅਪਣਾਉਣ ਦੀ ਕੀ ਜ਼ਰੂਰਤ ਆ? ਜਿਸ ਪ੍ਰਕਾਰ ਮੈਂ ਆਪਣੇ ਖੂਨ ਪਸੀਨੇ ਨਾਲ ਮਿਹਨਤ ਕਰਕੇ ਬਿਜ਼ਨਸ ਖੜਾ ਕੀਤਾ ਸੀ, ਤੇ ਫਿਰ ਇਹ ਤਾਂ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਸੀ, ਇਹਨਾਂ ਨੂੰ ਤਾਂ ਮੈਂ ਪੜ੍ਹਾਉਣ 'ਚ ਕੋਈ ਕਮੀ ਨਹੀਂ ਛੱਡੀ। ਫਿਰ ਇਹਨਾਂ 'ਚ ਕਿਹੜੀ ਕਮੀ ਸੀ ਜੋ ਇਹਨਾਂ ਨੂੰ ਉਲਟੇ ਸਿੱਧੇ ਕੰਮ ਕਰਨੇ ਪੈਂਦੇ ਆ? ਇਹ ਤਾਂ ਖੁਦ ਮਿਹਨਤ ਕਰਕੇ ਮੇਰੇ ਤੋਂ ਜ਼ਿਆਦਾ ਕਮਾ ਸਕਦੇ ਸੀ, ਕਿਉਂਕਿ ਮੈਂ ਤਾਂ ਉਹਨਾਂ ਦੇ ਬਰਾਬਰ ਦਾ ਪੜ੍ਹਿਆ ਲਿਖਿਆ ਵੀ ਨਹੀਂ ਸੀ। ਉਹਨਾਂ ਦੀਆਂ ਅੱਖਾਂ 'ਚ ਹੰਝੂ ਧਾਰਾ ਵਹਿ ਰਹੀ ਸੀ। ਸ਼ੀਲਾ ਜੀ ਉੱਠੀ ਤੇ ਆਪਣੇ ਪਤੀ ਦੇ ਹੰਝੂ ਪੂੰਝਦੀ ਹੋਈ ਬੋਲੀ ਕਿ ਤੁਸੀਂ ਕੀ ਸੋਚ ਰਹੇ ਹੋ, ਤੁਹਾਨੂੰ ਰੋਣ ਕਿਉਂ ਆ ਗਿਆ? ਪ੍ਰਕਾਸ਼ ਜੀ ਬੋਲੇ, ਅਸੀਂ ਇਹਨਾਂ ਨਲਾਇਕਾਂ ਨੂੰ ਪੈਦਾ ਕਰਕੇ ਹੀ ਬਹੁਤ ਵੱਡੀ ਗਲਤੀ ਕਰ ਲਈ। ਇਸ ਤੋਂ ਚੰਗਾ ਹੁੰਦਾ ਕਿ ਲੋਕ ਤੈਨੂੰ ਬਾਂਝ ਕਹਿ ਕੇ ਤਾਨੇ ਮਾਰਦੇ, ਪਰ ਅਸੀਂ ਇਹਨਾਂ ਨਲਾਇਕਾਂ ਦੇ ਹੱਥੋਂ ਜਲੀਲ ਤਾਂ ਨਾ ਹੁੰਦੇ। ਸ਼ੀਲਾ ਜੀ ਵੀ ਬੋਲੀ, ਹਾਂਜੀ, ਤੁਸੀਂ ਸਹੀ ਕਹਿ ਰਹੇ ਹੋ। ਮੈਨੂੰ ਲੋਕਾਂ ਦੇ ਤਾਨਿਆਂ ਤੋਂ ਇੰਨੀ ਤਕਲੀਫ ਨਹੀਂ ਹੁੰਦੀ ਸੀ ਜਿੰਨੀ ਆਪਣੀ ਔਲਾਦ ਦੀ ਕਰਤੂਤ ਤੋਂ ਹੋ ਰਹੀ ਆ। ਦੋਨੋਂ ਬੇਟੇ ਅਤੇ ਨੂੰਹਾਂ ਉਹਨਾਂ ਦੀਆਂ ਗੱਲਾਂ ਚੁੱਪਚਾਪ ਸੁਣ ਰਹੇ ਸੀ। ਕੁਝ ਦੇਰ ਪਹਿਲਾਂ ਇੱਕ ਦੂਜੇ ਦੇ ਵਿਰੋਧੀ ਬਣੇ ਹੋਏ ਸੀ,
ਹੁਣ ਉਹ ਚਾਰੋਂ ਇੱਕ ਹੋ ਗਏ। ਉਹਨਾਂ ਨੇ ਆਪਸ 'ਚ ਹੱਥ ਮਿਲਾ ਲਿਆ। ਆਪਣੇ ਮਾਂ ਪਿਓ ਕੋਲ ਜਾ ਕੇ ਗੁੱਸੇ 'ਚ ਬੋਲੇ, ਕਿਉਂ ਬੁੱਢਿਆ, ਤੇਰੀ ਇਹ ਔਕਾਤ, ਤੂੰ ਸਾਨੂੰ ਨਲਾਇਕ ਕਿਹਾ? ਨਲਾਇਕ ਤਾਂ ਤੂੰ ਆ ਜੋ ਕਸਟਮਰ ਦਾ ਡਾਇਰੀ 'ਚ ਨਾਂ ਵੀ ਨਹੀਂ ਲਿਖ ਕੇ ਰੱਖਿਆ ਸਕਿਆ। ਤੇਰੀ ਉਮਰ ਹੋ ਚੁੱਕੀ ਆ, ਤੂੰ ਹੁਣ ਕੰਮ ਦੇ ਲਾਇਕ ਨਹੀਂ। ਇਸ ਲਈ ਨਲਾਇਕ ਅਸੀਂ ਨਹੀਂ ਬਲਕਿ ਤੁਸੀਂ ਦੋਨੋਂ। ਜੇ ਤੁਸੀਂ ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਚੁੱਪਚਾਪ ਇੱਥੋਂ ਉੱਠੋ ਅਤੇ ਸਟੋਰ ਰੂਮ ਵਿੱਚ ਜਾ ਕੇ ਥੋੜ੍ਹੀ ਸਾਫ਼ ਸਫਾਈ ਕਰਕੇ ਆਪਣੀ ਸੌਣ ਦੀ ਜਗ੍ਹਾ ਬਣਾ ਲਓ। ਹਾਂ, ਰਹੀ ਗੱਲ ਤੁਹਾਡੇ ਖਾਣ ਪੀਣ ਦੀ, ਤਾਂ 15 ਦਿਨ ਤੱਕ ਵੱਡੇ ਬੇਟੇ ਦੇ ਘਰ ਕੰਮ ਕਰੋਗੇ ਤਾਂ ਉਹ ਤੁਹਾਨੂੰ ਖਾਣ ਨੂੰ ਦੇਵੇਗਾ, ਅਤੇ ਫਿਰ 15 ਦਿਨ ਦੂਜੇ ਬੇਟੇ ਦੇ ਘਰ ਕੰਮ ਕਰੋਗੇ ਅਤੇ ਉੱਥੋਂ ਖਾਣਾ ਮਿਲੇਗਾ। ਮਾਂ ਇੱਕ ਘਰ ਵਿੱਚ ਕੰਮ ਕਰੇਗੀ ਅਤੇ ਉੱਥੇ ਖਾਣਾ ਖਾਵੇਗੀ। ਪਾਪਾ ਦੂਜੇ ਘਰ ਵਿੱਚ ਕੰਮ ਕਰੇਗਾ ਅਤੇ ਉੱਥੋਂ ਖਾਣਾ ਖਾਵੇਗਾ, ਅਤੇ ਤੁਸੀਂ ਦੋਨੋਂ ਰਾਤ ਨੂੰ ਸਟੋਰ ਰੂਮ ਵਿੱਚ ਹੀ ਸੌਂਇਆ ਕਰੋਗੇ। ਦੋਨਾਂ ਬੇਟਿਆਂ ਨੇ ਆਪਣਾ ਆਪਣਾ ਫਰਮਾਨ ਸੁਣਾਇਆ ਅਤੇ ਜਾਣ ਲੱਗੇ। ਪ੍ਰਕਾਸ਼ ਜੀ ਬੋਲੇ, ਬੇਟਾ ਜਿਵੇਂ ਤੁਸੀਂ ਕਹੋਗੇ ਅਸੀਂ ਦੋਨੇ ਉਵੇਂ ਹੀ ਕਰਾਂਗੇ, ਪਰ ਬੇਟਾ ਅਸੀਂ ਬਹੁਤ ਬੁੱਢੇ ਹੋ ਗਏ ਹਾਂ, ਰਹਿਮ ਕਰੋ, ਸਾਨੂੰ ਆਪਣੇ ਕਮਰੇ 'ਚ ਰਹਿਣ ਦਿਓ। ਤੁਸੀਂ ਤਾਂ ਜਾਣਦੇ ਹੀ ਹੋ ਕਿ ਤੁਹਾਡੀ ਮਾਂ ਨੂੰ ਧੂੜ ਮਿੱਟੀ ਤੋਂ ਅਲਰਜੀ ਆ। ਸਟੋਰ ਰੂਮ ਵਿੱਚ ਕਈ ਦਿਨਾਂ ਤੋਂ ਬੰਦ ਪਿਆ। ਫਿਰ ਦੋਨੋਂ ਬੇਟੇ ਬੋਲੇ, ਅਸੀਂ ਤੁਹਾਨੂੰ ਘਰ 'ਚ ਰਹਿਣ ਦੇ ਰਹੇ ਹਾਂ, ਇਸ ਦਾ ਸ਼ੁਕਰ ਮਨਾਓ, ਨਹੀਂ ਤਾਂ ਧੱਕੇ ਮਾਰ ਕੇ ਜਿਵੇਂ ਦੁਕਾਨ ਤੋਂ ਕੱਢਿਆ ਉਵੇਂ ਘਰ 'ਚੋਂ ਕੱਢਣ 'ਚ ਦੇਰ ਨਹੀਂ ਕਰਾਂਗਾ। ਦੋਨੋਂ ਬਜ਼ੁਰਗ ਆਪਣਾ ਛੋਟਾ ਜਿਹਾ ਮੂੰਹ ਲੈ ਕੇ ਉੱਥੋਂ ਉੱਠ ਕੇ ਸਟੋਰ ਰੂਮ ਵਿੱਚ ਚੱਲ ਗਏ। ਉੱਥੇ ਜਾ ਕੇ ਦੇਖਿਆ ਤਾਂ ਸਾਰੇ ਸਮਾਨ 'ਤੇ ਬਹੁਤ ਹੀ ਧੂੜ ਮਿੱਟੀ ਚੜ੍ਹੀ ਹੋਈ ਸੀ। ਪ੍ਰਕਾਸ਼ ਜੀ ਨੇ ਆਪਣਾ ਮੂੰਹ ਕੱਪੜੇ ਨਾਲ ਬੰਨ੍ਹ ਲਿਆ, ਥੋੜ੍ਹੀ ਜਗ੍ਹਾ ਦੀ ਸਫਾਈ ਕੀਤੀ ਤਾਂ ਕਿ ਉਹ ਦੋਨੋਂ ਆਰਾਮ ਨਾਲ ਸੌਂ ਸਕਣ। ਸ਼ੀਲਾ ਜੀ ਦਾ ਤਾਂ ਰੋ ਰੋ ਕੇ ਬੁਰਾ ਹਾਲ ਸੀ। ਉਹਨਾਂ ਨੂੰ ਯਾਦ ਆ ਰਿਹਾ ਸੀ ਕਿ ਜਦੋਂ ਵਿਆਹ ਕਰਵਾ ਕੇ ਇਸ ਘਰ ਵਿੱਚ ਆਈ ਸੀ ਕਿੰਨੀਆਂ ਪਰੇਸ਼ਾਨੀਆਂ ਸਹਿਣ ਕੀਤੀਆਂ, ਅਤੇ ਹੁਣ ਬੱਚਿਆਂ ਦੁਆਰਾ ਦਿੱਤਾ ਗਿਆ ਜ਼ਖਮ ਕਿਵੇਂ ਭਰੇਗਾ। ਇਹ ਸੋਚ ਕੇ ਬਿਮਾਰ ਰਹਿਣ ਲੱਗ ਗਈ। ਪਰ ਨੂੰਹ ਬੇਟੇ ਨੇ ਸ਼ਰਤ ਰੱਖੀ ਕਿ ਜਦੋਂ ਤੱਕ ਮਾਂ ਇੱਕ ਬੇਟੇ ਦੇ ਘਰ ਕੰਮ ਨਹੀਂ ਕਰੇਗੀ ਉਦੋਂ ਤੱਕ ਉਸ ਨੂੰ ਖਾਣਾ ਨਹੀਂ ਮਿਲੇਗਾ, ਅਤੇ ਪਿਤਾ ਜੀ ਦੂਜੇ ਘਰ ਵਿੱਚ ਕੰਮ ਕਰਨਗੇ, ਫਿਰ ਉਹਨਾਂ ਨੂੰ ਖਾਣਾ ਮਿਲੇਗਾ। ਇਸ ਲਈ ਸ਼ੀਲਾ ਜੀ ਨੇ ਆਰਾਮ ਕਰਨ ਦੀ ਉਮਰ ਵਿੱਚ ਮਜਬੂਰਨ ਕੰਮ ਕਰਨਾ ਸ਼ੁਰੂ ਕਰ ਦਿੱਤਾ, ਨਹੀਂ ਤਾਂ ਉਹਨਾਂ ਨੂੰ ਭੁੱਖੇ ਰਹਿਣਾ ਪੈਂਦਾ ਸੀ। ਇਸ ਤਰ੍ਹਾਂ ਦਿਨ ਲੰਘਦੇ ਗਏ। ਦੋਨੋਂ ਪਤੀ ਪਤਨੀ ਦਿਨ ਭਰ ਅਲੱਗ-ਅਲੱਗ ਦੋਨਾਂ ਬੇਟਿਆਂ ਦੇ ਘਰ 'ਚ ਕੰਮ ਕਰਦੇ। ਕੋਲ ਰਹਿੰਦੇ ਹੋਏ ਵੀ ਇੱਕ ਦੂਜੇ ਦਾ ਚਿਹਰਾ ਦੇਖਣਾ ਨਸੀਬ ਨਹੀਂ ਹੁੰਦਾ ਸੀ। ਜਦੋਂ ਰਾਤ ਨੂੰ ਸੌਣ ਦੇ ਲਈ ਸਟੋਰ ਰੂਮ ਵਿੱਚ ਜਾਂਦੇ ਤਾਂ ਸਿਰਫ ਇੱਕ ਹੀ ਵਾਅਦਾ ਇੱਕ ਦੂਜੇ ਨਾਲ ਕਰਦੇ ਕਿ ਸ਼ੀਲਾ ਜੀ ਪ੍ਰਕਾਸ਼ ਜੀ ਨੂੰ ਕਹਿੰਦੀ, ਚਾਹੇ ਕੁਝ ਵੀ ਹੋ ਜਾਵੇ ਤੁਸੀਂ ਮੈਨੂੰ ਛੱਡ ਕੇ ਕਿਤੇ ਨਾ ਜਾਇਓ। ਵੈਸੇ ਵੀ ਪ੍ਰਕਾਸ਼ ਜੀ ਸ਼ੀਲਾ ਜੀ ਨਾਲ ਵਾਅਦਾ ਕਰਦੇ ਸੀ ਕਿ ਸ਼ੀਲਾ, ਮੈਂ ਤੇਰੇ ਬਿਨਾਂ ਅਧੂਰਾ, ਤੇਰਾ ਸਾਥ ਹੀ ਆ ਜੋ ਅੱਜ ਤੱਕ ਮੈਂ ਇੰਨੀਆਂ ਪਰੇਸ਼ਾਨੀਆਂ ਨੂੰ ਸਹਿਣ ਕਰ ਗਿਆ ਅਤੇ ਜਿਉਂਦਾ ਹਾਂ, ਨਹੀਂ ਤਾਂ ਮੈਂ ਉਸ ਦਿਨ ਦੀ ਹੀ ਮਰ ਜਾਂਦਾ ਜਿਸ ਦਿਨ ਰਾਕੇਸ਼ ਨੇ ਮੈਨੂੰ ਧੱਕੇ ਮਾਰ ਕੇ ਦੁਕਾਨ 'ਚੋਂ ਬਾਹਰ ਕੱਢਿਆ ਸੀ। ਮੈਂ ਉਸ ਦਿਨ ਇੰਨਾ ਉਦਾਸ ਹੋ ਗਿਆ ਕਿ ਜਿਉਣ ਨੂੰ ਦਿਲ ਨਹੀਂ ਕਰਦਾ ਸੀ। ਪਰ ਤੇਰਾ ਚਿਹਰਾ ਮੇਰੀਆਂ ਨਜ਼ਰਾਂ ਦੇ ਸਾਹਮਣੇ ਆ ਗਿਆ। ਮੇਰੀ ਅੰਤਰ ਆਤਮਾ ਤੋਂ ਆਵਾਜ਼ ਆਈ ਕਿ ਜਦੋਂ ਮੈਂ ਦਿਨ ਰਾਤ ਮਿਹਨਤ ਕਰਕੇ ਸਭ ਕੁਝ ਕਮਾਇਆ, ਫਿਰ ਇੱਕ ਛੋਟੀ ਜਿਹੀ ਗਲਤੀ ਦੇ ਕਾਰਨ, ਜਿਸ ਨਾਲ ਕੋਈ ਨੁਕਸਾਨ ਵੀ ਨਹੀਂ ਹੋਇਆ, ਉਸ ਗਲਤੀ ਦੇ ਕਾਰਨ ਮੇਰੀ ਆਪਣੀ ਔਲਾਦ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਣ ਲਈ 1 ਮਿੰਟ ਨਹੀਂ ਲਾਇਆ। ਫਿਰ ਉਹ ਆਪਣੀ ਸਿੱਧੀ ਸਾਦੀ ਮਾਂ 'ਤੇ ਕਿੰਨਾ ਜ਼ੁਲਮ ਢਾ ਸਕਦੇ ਆ। ਬਸ ਇਹੀ ਸੋਚ ਕੇ ਮੈਂ ਬੇਸ਼ਰਮੀ ਦੀ ਚਾਦਰ ਲੈ ਲਈ ਅਤੇ ਘਰ ਵਾਪਸ ਆਉਣ ਦਾ ਫੈਸਲਾ ਕਰ ਲਿਆ। ਸ਼ੀਲਾ ਜੀ ਇਸ ਗੱਲ 'ਤੇ ਉੱਚੀ ਉੱਚੀ ਰੋਣ ਲੱਗ ਗਈ। ਫਿਰ ਉਹ ਇੱਕ ਦੂਜੇ ਨਾਲ ਵਾਅਦਾ ਕਰ ਲੈਂਦੇ ਆ ਕਿ ਆਪਣੇ ਜੀਵਨ ਦੇ ਅੰਤ ਸਮੇਂ ਤੱਕ ਇੱਕ ਦੂਜੇ ਦਾ ਸਾਥ ਨਿਭਾਉਣਗੇ। ਇੱਕ ਦਿਨ ਸ਼ੀਲਾ ਜੀ ਨੂੰ ਢੰਗ ਦਾ ਖਾਣਾ ਵੀ ਨਹੀਂ ਮਿਲਿਆ। ਕੰਮ ਵੀ ਬਹੁਤ ਜ਼ਿਆਦਾ ਸੀ। ਤਬੀਅਤ ਬਹੁਤ ਖਰਾਬ ਹੋ ਗਈ। ਪ੍ਰਕਾਸ਼ ਜੀ ਸਾਰਾ ਦਿਨ ਕੰਮ ਕਰਨ ਦੇ ਕਾਰਨ, ਥਕਾਵਟ ਦੇ ਕਾਰਨ ਜਲਦੀ ਸੌਂ ਗਏ। ਪਰ ਸ਼ੀਲਾ ਜੀ ਨੂੰ ਬੁਖਾਰ ਤੇ ਪੂਰੇ ਸਰੀਰ 'ਚ ਦਰਦ ਹੋਣ ਦੀ ਵਜ੍ਹਾ ਕਰਕੇ ਨੀਂਦ ਨਹੀਂ ਆ ਰਹੀ ਸੀ। ਪੂਰੀ ਰਾਤ ਤੜਫਦੀ ਰਹੀ। ਜਦੋਂ ਪ੍ਰਕਾਸ਼ ਜੀ ਦੀ ਨੀਂਦ ਖੁੱਲ੍ਹੀ, ਸ਼ੀਲਾ ਜੀ ਨੂੰ ਤੜਫਦੇ ਹੋਏ ਦੇਖਿਆ ਤਾਂ ਸ਼ੀਲਾ ਜੀ ਦੇ ਮੱਥੇ 'ਤੇ ਗਿੱਲੇ ਕੱਪੜੇ ਦੀਆਂ ਪੱਟੀਆਂ ਰੱਖੀਆਂ, ਪਰ ਉਹਨਾਂ ਨੂੰ ਕੋਈ ਆਰਾਮ ਨਹੀਂ ਮਿਲਿਆ। ਫਿਰ ਉਹ ਜਲਦੀ ਨਾਲ ਆਪਣੇ ਵੱਡੇ ਬੇਟੇ ਦੇ ਘਰ ਗਏ। ਉਸ ਦਾ ਦਰਵਾਜ਼ਾ ਖੜਕਾਇਆ। ਰਾਕੇਸ਼ ਬੋਲਿਆ, ਕੌਣ? ਇੰਨੀ ਰਾਤ ਨੂੰ ਜੋ ਦਰਵਾਜ਼ਾ ਖੜਕਾ ਰਿਹਾ? ਪ੍ਰਕਾਸ਼ ਜੀ ਬੋਲੇ, ਬੇਟਾ ਮੈਂ ਤੇਰਾ ਪਾਪਾ। ਤੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ ਆ ਬੇਟਾ, ਬੁਖਾਰ ਨਾਲ ਪੂਰਾ ਸਰੀਰ ਦਰਦ ਕਰ ਰਿਹਾ। ਜੇ ਕੋਈ ਦਵਾਈ ਆ ਤਾਂ ਉਸ ਨੂੰ ਦੇ ਦੇ। ਰਾਕੇਸ਼ ਉਸੇ ਸਮੇਂ ਬੋਲਿਆ, ਕਿਉਂ ਪਾਪਾ, ਤੁਹਾਨੂੰ ਪਤਾ ਨਹੀਂ ਮਾਂ ਰਤਨ ਦੇ ਹਿੱਸੇ ਦਾ ਕੰਮ ਕਰਦੀ ਆ, ਤੁਸੀਂ ਉਸੇ ਤੋਂ ਦਵਾਈ ਮੰਗੋ, ਮੇਰੇ ਤੋਂ ਉਮੀਦ ਨਾ ਰੱਖੋ। ਮੈਨੂੰ ਦੁਬਾਰਾ ਡਿਸਟਰਬ ਕਰਨ ਦੀ ਕੋਈ ਜ਼ਰੂਰਤ ਨਹੀਂ ਤਾਂ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ।
ਪ੍ਰਕਾਸ਼ ਜੀ ਵਾਪਸ ਆ ਗਏ। ਛੋਟੇ ਬੇਟੇ ਦੇ ਘਰ ਗਏ। ਉਸ ਦਾ ਦਰਵਾਜ਼ਾ ਖੜਕਾਇਆ ਕਿਉਂਕਿ ਸ਼ੀਲਾ ਜੀ ਦੀ ਤਬੀਅਤ ਨੂੰ ਲੈ ਕੇ ਬਹੁਤ ਘਬਰਾਏ ਹੋਏ ਸੀ। ਛੋਟੀ ਨੂੰਹ ਪ੍ਰੀਤੀ ਨੇ ਦਰਵਾਜ਼ਾ ਖੜਕਾਉਣ ਦੀ ਆਵਾਜ਼ ਸੁਣੀ ਤੇ ਦਰਵਾਜ਼ਾ ਖੋਲ੍ਹਿਆ। ਉਸਨੇ ਦੇਖਿਆ ਕਿ ਪ੍ਰਕਾਸ਼ ਜੀ ਦੋਨੋਂ ਹੱਥ ਜੋੜ ਕੇ ਥਰ-ਥਰ ਕੰਬ ਰਹੇ ਸੀ। ਅੱਖਾਂ 'ਚ ਹੰਝੂ ਸੀ। ਇਹ ਸਭ ਦੇਖਣ ਦੇ ਬਾਵਜੂਦ ਵੀ ਪ੍ਰੀਤੀ ਗੁੱਸੇ 'ਚ ਬੋਲੀ, ਓਏ ਬੁੱਢਿਆ, ਕਿਉਂ ਸਾਡੀ ਰਾਤ ਦੀ ਨੀਂਦ ਖਰਾਬ ਕੀਤੀ ਆ? ਸਾਨੂੰ ਚੈਨ ਨਾਲ ਸੌਂ ਲੈਣ ਦੇ। ਖੁਦ ਤਾਂ ਤੁਸੀਂ ਦਿਨ ਭਰ ਆਰਾਮ ਕਰ ਲੈਂਦੇ ਹੋ, ਪਰ ਸਾਨੂੰ ਤਾਂ ਬਹੁਤ ਕੰਮ ਹੁੰਦਾ। ਹੁਣ ਇੱਥੋਂ ਚਲੇ ਜਾਓ। ਇਹ ਕਹਿ ਕੇ ਪ੍ਰਕਾਸ਼ ਜੀ ਦੀ ਬਿਨਾਂ ਗੱਲ ਸੁਣੇ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ। ਪ੍ਰਕਾਸ਼ ਜੀ ਹੱਥ ਨਾਲ ਦਰਵਾਜ਼ੇ ਨੂੰ ਰੋਕਦੇ ਹੋਏ ਬੋਲੇ, ਸ਼ੀਲਾ ਦੀ ਤਬੀਅਤ ਬਹੁਤ ਖਰਾਬ ਆ, ਬੁਖਾਰ ਆ ਤੇ ਸਿਰ ਦਰਦ ਕਰ ਰਿਹਾ। ਕੋਈ ਦਵਾਈ ਆ ਤਾਂ ਬੇਟਾ ਆਪਣੀ ਮਾਂ ਦੇ ਲਈ ਦੇ ਦੇ, ਉਸ 'ਤੇ ਰਹਿਮ ਕਰ। ਫਿਰ ਆਪਣੀ ਨੂੰਹ ਦੇ ਸਾਹਮਣੇ ਹੱਥ ਜੋੜਨ ਲੱਗੇ, ਪਰ ਪ੍ਰੀਤੀ ਦਾ ਦਿਲ ਨਹੀਂ ਪਿਘਲਿਆ ਤੇ ਬੋਲੀ, ਤੁਸੀਂ ਤਾਂ ਜੇਠ ਜੀ ਦੇ ਘਰ ਕੰਮ ਕਰਦੇ ਹੋ, ਜਾਓ ਉਹਨਾਂ ਤੋਂ ਮਦਦ ਮੰਗੋ। ਜੇ ਮਾਂ ਮੇਰੇ ਤੋਂ ਮਦਦ ਮੰਗਣ ਆਉਂਦੀ ਤਾਂ ਮੈਂ ਇੱਕ ਵਾਰ ਸੋਚਦੀ, ਪਰ ਕੱਲ੍ਹ ਤੋਂ ਤਾਂ ਮਾਂ ਜੀ ਜੇਠ ਦੇ ਘਰ ਕੰਮ ਕਰਨ ਜਾਣ ਵਾਲੀ ਆ। ਇਸ ਹਿਸਾਬ ਨਾਲ ਮੇਰੀ ਜ਼ਿੰਮੇਵਾਰੀ ਨਹੀਂ ਬਣਦੀ। ਇਹ ਕਹਿ ਕੇ ਉਸਨੇ ਦਰਵਾਜ਼ਾ ਬੰਦ ਕਰ ਲਿਆ। ਪ੍ਰਕਾਸ਼ ਜੀ ਉਦਾਸ ਹੋ ਕੇ ਵਾਪਸ ਆਪਣੇ ਸਟੋਰ ਰੂਮ ਵਿੱਚ ਆ ਗਏ। ਸ਼ੀਲਾ ਜੀ ਦੀ ਹਾਲਤ ਹੌਲੀ-ਹੌਲੀ ਵਿਗੜਦੀ ਜਾ ਰਹੀ ਸੀ। ਪ੍ਰਕਾਸ਼ ਜੀ ਉਸਦੇ ਮੱਥੇ 'ਤੇ ਗਿੱਲੀਆਂ ਪੱਟੀਆਂ ਰੱਖ ਰਹੇ ਸੀ। ਸੁਬਾਹ ਹੋਈ। ਸ਼ੀਲਾ ਜੀ ਨੂੰ ਦੂਜੇ ਘਰ ਕੰਮ ਕਰਨ ਦੇ ਲਈ ਜਾਣਾ ਸੀ, ਪਰ ਉਸ ਦੀ ਤਬੀਅਤ ਬਹੁਤ ਖਰਾਬ ਹੋਣ ਦੀ ਵਜ੍ਹਾ ਨਾਲ ਉਹ ਨਹੀਂ ਗਈ। ਇਸ ਲਈ ਵੱਡੀ ਨੂੰਹ ਪ੍ਰੇਰਨਾ ਗੁੱਸੇ 'ਚ ਸ਼ੀਲਾ ਜੀ ਦੇ ਕੋਲ ਆਈ। ਉਸ ਸਮੇਂ ਪ੍ਰਕਾਸ਼ ਜੀ ਤੇ ਸ਼ੀਲਾ ਜੀ ਦੇ ਮੱਥੇ 'ਤੇ ਗਿੱਲੀਆਂ ਪੱਟੀਆਂ ਰੱਖ ਰਹੇ ਸੀ। ਅਜਿਹਾ ਕਰਦੇ ਹੋਏ ਦੇਖ ਕੇ ਬੋਲੀ, ਬੇਸ਼ਰਮੋ, ਕੁਝ ਤਾਂ ਸ਼ਰਮ ਕਰੋ। ਤੁਹਾਡੀ ਉਮਰ ਪੋਤੇ ਪੋਤੀਆਂ ਖਿਡਾਉਣ ਦੀ ਆ, ਤੁਸੀਂ ਰੰਗ ਰਲੀਆਂ ਮਨਾ ਰਹੇ ਹੋ। ਸਾਰੀ ਲਾਜ ਸ਼ਰਮ ਵੇਚ ਕੇ ਖਾ ਲਈ। ਕਿਉਂ ਬੁੱਢ ਗਏ? ਅੱਜ ਤੇਰਾ ਕੰਮ ਕੌਣ ਕਰੇਗਾ? ਤੇਰਾ ਪਿਓ ਜਾਂ ਤੇਰੇ ਪਿਓ ਦੇ ਕੋਈ 2-4 ਨੌਕਰ ਛੱਡੇ ਹੋਏ ਆ? ਪ੍ਰੇਰਨਾ ਸੁਬਾਹ ਬੋਲੀ ਜਾ ਰਹੀ ਸੀ। ਪ੍ਰੀਤੀ ਤੇ ਰਕੇਸ਼ ਤੇ ਰਤਨ ਵੀ ਉੱਥੇ ਆ ਗਏ। ਪ੍ਰਕਾਸ਼ ਜੀ ਤੋਂ ਪ੍ਰੇਰਨਾ ਦੀਆਂ ਗੱਲਾਂ ਬਰਦਾਸ਼ਤ ਨਹੀਂ ਹੋਈਆਂ। ਉਹਨਾਂ ਨੇ ਪ੍ਰੇਰਨਾ ਨੂੰ ਮਾਰਨ ਦੇ ਲਈ ਹੱਥ ਚੁੱਕਿਆ। ਰਕੇਸ਼ ਨੇ ਅੱਗੋਂ ਹੱਥ ਫੜ ਲਿਆ। ਉਹਨਾਂ ਦਾ ਗੁੱਸਾ 7ਵੇਂ ਅਸਮਾਨ 'ਤੇ ਸੀ। ਉਸਨੇ ਦੋਹਾਂ ਦਾ ਸਮਾਨ ਬਾਹਰ ਕੱਢ ਕੇ ਸੁੱਟ ਦਿੱਤਾ। ਫਿਰ ਆਪਣੇ ਪਿਤਾ ਨੂੰ ਵੀ ਲੱਤ ਮੁੱਕੇ ਮਾਰ ਕੇ ਆਪਣੇ ਘਰ 'ਚੋਂ ਕੱਢ ਦਿੱਤਾ। ਰਤਨ ਵੀ ਰਕੇਸ਼ ਦਾ ਸਾਥ ਦੇ ਰਿਹਾ ਸੀ। ਉਹ ਆਪਣੇ ਭਰਾ ਨੂੰ ਸਮਝਾਉਣ ਦੀ ਬਜਾਏ ਆਪਣੇ ਮਾਂ-ਪਿਓ ਦਾ ਸਮਾਨ ਚੁੱਕ ਕੇ ਸੁੱਟ ਰਿਹਾ ਸੀ ਤੇ ਮਜ਼ੇ ਲੈ ਰਿਹਾ ਸੀ। ਪ੍ਰਕਾਸ਼ ਜੀ ਆਪਣੇ ਪੁੱਤਰਾਂ ਦੇ ਹੱਥੋਂ ਅਪਮਾਨਿਤ ਹੋ ਕੇ ਜਿਉਂਦਾ ਨਹੀਂ ਰਹਿਣਾ ਚਾਹੁੰਦੇ ਸੀ, ਪਰ ਸ਼ੀਲਾ ਜੀ ਦੇ ਬਾਰੇ ਸੋਚ ਕੇ ਫਿਰ ਹਿੰਮਤ ਕਰਕੇ ਅੱਗੇ ਕਦਮ ਵਧਾਉਂਦੇ ਗਏ। ਸਭ ਤੋਂ ਪਹਿਲਾਂ ਉਹਨਾਂ ਨੇ ਸ਼ੀਲਾ ਜੀ ਨੂੰ ਇੱਕ ਆਟੋ 'ਚ ਬਿਠਾ ਕੇ ਹਸਪਤਾਲ ਵਿੱਚ ਇਲਾਜ ਕਰਵਾਇਆ। ਜਦੋਂ ਸ਼ੀਲਾ ਜੀ ਦੀ ਤਬੀਅਤ ਪੂਰੀ ਤਰ੍ਹਾਂ ਠੀਕ ਹੋ ਗਈ, ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿੱਥੇ ਜਾਣ। ਸ਼ੀਲਾ ਜੀ ਦੇ ਮਾਮੇ ਦਾ ਬੇਟਾ ਉਹਨਾਂ ਨੂੰ ਹਸਪੀਟਲ 'ਚ ਮਿਲਿਆ। ਉਸਨੇ ਦੱਸਿਆ ਕਿ ਦੂਜੇ ਸ਼ਹਿਰ 'ਚ ਜੌਬ ਕਰਦਾ। ਉਸਦੇ ਮੰਮੀ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ, ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਪਿੰਡ ਵਾਲੇ ਘਰ 'ਚ ਰਹਿਣ ਵਾਲਾ ਕੋਈ ਵੀ ਨਹੀਂ ਤੇ ਕੁਝ ਦਿਨਾਂ ਦੇ ਲਈ ਤੁਸੀਂ ਉੱਥੇ ਰਹਿ ਲਵੋ ਤੇ ਮੇਰਾ ਕੰਮ ਆਸਾਨ ਹੋ ਜਾਵੇਗਾ। ਜਿਵੇਂ ਹੀ ਕੋਈ ਬੰਦੋਬਸਤ ਹੋਵੇਗਾ ਤਾਂ ਮੈਂ ਤੁਹਾਨੂੰ ਦੱਸ ਦੇਵਾਂਗਾ। ਫਿਲਹਾਲ ਹੁਣ ਮੈਨੂੰ ਤੁਹਾਡੀ ਮਦਦ ਦੀ ਜ਼ਰੂਰਤ ਆ। ਸ਼ੀਲਾ ਜੀ ਤੇ ਪ੍ਰਕਾਸ਼ ਜੀ ਦੇ ਮੂੰਹੋਂ ਮੰਗੀ ਮੁਰਾਦ ਪੂਰੀ ਹੋ ਗਈ। ਉਹਨਾਂ ਨੂੰ ਕਿਤੇ ਵੀ ਰਹਿਣ ਦੀ ਜ਼ਰੂਰਤ ਨਹੀਂ ਪਈ। ਉਹ ਦੋਨੋਂ ਆਪਣੇ ਮਾਮੇ ਦੇ ਖੇਤ ਵਿੱਚ ਮਜ਼ਦੂਰੀ ਕਰਦੇ। ਪਿੰਡ ਦੀ ਸ਼ੁੱਧ ਹਵਾ ਤੇ ਵਾਤਾਵਰਣ ਦੇ ਬਦਲਣ ਦੀ ਵਜ੍ਹਾ ਨਾਲ ਸ਼ੀਲਾ ਜੀ ਦੀ ਤਬੀਅਤ ਬਹੁਤ ਜਲਦੀ ਠੀਕ ਹੋ ਗਈ। ਪ੍ਰਕਾਸ਼ ਜੀ ਨੇ ਮਨ ਵਿੱਚ ਇੱਕ ਹੀ ਗੱਲ ਕਹੀ ਜੋ ਨਿਕਲ ਨਹੀਂ ਰਹੀ ਸੀ। ਉਹ ਇਸ ਉਮਰ ਵਿੱਚ ਕੁਝ ਕਰਨਾ ਚਾਹੁੰਦੇ ਸੀ। ਉਹਨਾਂ ਨੇ 2 ਸਾਲ ਫਸਲ ਦੇ ਪੈਸਿਆਂ ਨੂੰ ਜਮ੍ਹਾਂ ਕਰਕੇ ਰੱਖਿਆ। ਸ਼ੀਲਾ ਜੀ ਦੇ ਭਰਾ ਤੋਂ ਪੁੱਛਿਆ ਕਿ ਪੈਸਿਆਂ ਦਾ ਕੀ ਕਰਨਾ। ਸ਼ੀਲਾ ਜੀ ਦੇ ਭਰਾ ਨੇ ਕਿਹਾ ਕਿ ਤੁਸੀਂ ਬਹੁਤ ਮਿਹਨਤ ਕੀਤੀ ਆ ਤਾਂ ਇਹ ਪੈਸਾ ਤੁਸੀਂ ਰੱਖ ਲਵੋ। ਮੈਨੂੰ ਆਪਣੀ ਤਨਖਾਹ ਮਿਲ ਜਾਂਦੀ ਆ, ਮੈਨੂੰ ਪੈਸਿਆਂ ਦੀ ਜ਼ਰੂਰਤ ਨਹੀਂ। ਪ੍ਰਕਾਸ਼ ਜੀ ਨੇ ਸ਼ੀਲਾ ਜੀ ਨੂੰ ਕਿਹਾ, ਖੇਤੀਬਾੜੀ ਦਾ ਕੰਮ ਤਾਂ ਸੀਜ਼ਨ ਆਉਣ 'ਤੇ ਹੀ ਕੀਤਾ ਜਾਂਦਾ, ਕਿਉਂ ਨਾ ਮੈਂ ਆਪਣਾ ਪੁਰਾਣਾ ਕੰਮ ਸ਼ੁਰੂ ਕਰ ਦੇਵਾਂ। ਉਸ ਕੰਮ ਬਾਰੇ ਮੈਨੂੰ ਬਹੁਤ ਤਜਰਬਾ, ਰੱਬ ਨੇ ਚਾਹਿਆ ਤਾਂ ਆਰਾਮਦਾਇਕ ਜ਼ਿੰਦਗੀ ਹੋ ਜਾਵੇਗੀ। ਸ਼ੀਲਾ ਜੀ ਹੈਰਾਨ ਹੋ ਕੇ ਬੋਲੀ ਕਿ ਇਸ ਉਮਰ ਵਿੱਚ ਤੁਸੀਂ ਕਿੰਨਾ ਕੰਮ ਕਰੋਗੇ, ਕਿੰਨੇ ਕੁ ਦਿਨ ਜਿਉਣਾ। ਅਸੀਂ ਦੋਨਾਂ ਨੇ ਪ੍ਰਕਾਸ਼ ਜੀ ਦੀ ਡੂੰਘੀ ਸੋਚ 'ਚ ਬੈਠ ਗਏ। ਫਿਰ ਸ਼ੀਲਾ ਜੀ ਨੇ ਹਾਮੀ ਭਰ ਦਿੱਤੀ। ਪ੍ਰਕਾਸ਼ ਜੀ ਦੇ ਸਰੀਰ ਵਿੱਚ ਮੰਨੋ ਨਵੀਂ ਊਰਜਾ ਦਾ ਸੰਚਾਰ ਹੋ ਗਿਆ। ਉਹਨਾਂ ਨੇ ਛੋਟੇ ਪੱਧਰ 'ਤੇ ਕੰਮ ਕਰਨਾ ਸ਼ੁਰੂ ਕਰਤਾ। ਦੇਖਦੇ ਹੀ ਦੇਖਦੇ ਹੋਰ ਸੇਲਰ ਬਣ ਗਏ। ਜਦੋਂ ਉਹਨਾਂ ਦੇ ਪੁਰਾਣੇ ਗਾਹਕਾਂ ਨੂੰ ਪਤਾ ਲੱਗਿਆ ਤਾਂ ਫਿਰ ਉਹਨਾਂ ਨੇ ਪ੍ਰਕਾਸ਼ ਜੀ ਨਾਲ ਸੰਪਰਕ ਕਰ ਲਿਆ, ਜੋ ਉਹਨਾਂ ਕੋਲ ਵਰਕਰ ਕੰਮ ਕਰਦੇ ਸੀ। ਉਹਨਾਂ ਦੇ ਬੇਟੇ ਨਾਲ ਚੰਗਾ ਵਿਵਹਾਰ ਨਹੀਂ ਕਰਦੇ ਸੀ ਤੇ ਉਹ ਕੰਮ ਛੱਡ ਕੇ ਪ੍ਰਕਾਸ਼ ਜੀ ਦੇ ਨਾਲ ਕੰਮ ਕਰਨ ਲੱਗ ਗਏ। ਪ੍ਰਕਾਸ਼ ਜੀ ਨੂੰ ਬਹੁਤ ਆਮਦਨੀ ਹੋਣ ਲੱਗੀ।
ਉਧਰ ਦੋਨੋਂ ਬੇਟੇ ਇੱਕ ਦੂਜੇ ਤੇ ਧੋਖਾਧੜੀ ਤੇ ਚੋਰੀ ਕਰਕੇ ਆਪਣੀਆਂ ਆਪਣੀਆਂ ਜੇਬਾਂ ਗਰਮ ਕਰਦੇ। ਉਧਰ ਇੱਕ ਇੱਕ ਕਰਕੇ ਸਾਰੇ ਵਰਕਰ ਉਹਨਾਂ ਦਾ ਕੰਮ ਛੱਡ ਕੇ ਚਲੇ ਗਏ। ਦੋਨੋਂ ਭਰਾਵਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੋਨੋਂ ਇੱਕ ਦੂਜੇ ਤੇ ਚੋਰੀ ਦਾ ਇਲਜ਼ਾਮ ਲਗਾ ਕੇ ਲੜਾਈ ਝਗੜਾ ਕਰਨ ਲੱਗੇ। ਫਿਰ ਇੱਕ ਦਿਨ ਉਹਨਾਂ ਨੇ ਸੁਣਿਆ ਕਿ ਕੋਈ ਸੇਠ ਆ ਜੋ ਅਰਬਪਤੀ ਆ ਤੇ ਉਸ ਦਾ ਅਰਬਾਂ ਦਾ ਕਾਰੋਬਾਰ ਆ। ਹਰ ਇੱਕ ਬਲਾਕ ਵਿੱਚ ਜਾ ਕੇ ਗਰੀਬ ਕੁੜੀਆਂ ਤੇ ਮੁੰਡਿਆਂ ਦਾ ਸਮੂਹਿਕ ਵਿਆਹ ਕਰਵਾਉਂਦੇ ਆ। ਇਹ ਗੱਲ ਰਾਕੇਸ਼ ਤੇ ਰਤਨ ਨੇ ਜਦੋਂ ਸੁਣੀ ਤਾਂ ਰਾਕੇਸ਼ ਦਾ ਬੇਟਾ ਤੇ ਰਤਨ ਦੀ ਬੇਟੀ ਵਿਆਹ ਦੇ ਲਾਇਕ ਹੋ ਗਏ ਸੀ। ਉਹਨਾਂ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਧੂਮ-ਧਾਮ ਨਾਲ ਆਪਣੇ ਬੱਚਿਆਂ ਦਾ ਵਿਆਹ ਕਰਵਾ ਸਕਣ। ਇਸ ਲਈ ਉਹਨਾਂ ਨੇ ਸੋਚਿਆ ਕਿ ਗਰੀਬਾਂ ਦੇ ਬੱਚਿਆਂ ਦੇ ਨਾਲ-ਨਾਲ ਆਪਣੇ ਬੱਚਿਆਂ ਦੇ ਵੀ ਫਾਰਮ ਭਰ ਦਿੰਨੇ ਆ। ਜਦੋਂ ਵਿਆਹ ਦੀ ਤਰੀਕ ਆਈ, ਮੈਰਿਜ ਹਾਲ ਨੂੰ ਬਹੁਤ ਵਧੀਆ ਸਜਾਇਆ ਗਿਆ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਸਵਰਗ ਵਿੱਚ ਆ ਗਏ ਹੋਣ। ਇਹ ਸਭ ਕੁਝ ਖਰਚ ਪ੍ਰਕਾਸ਼ ਜੀ ਨੇ ਚੁੱਕਿਆ ਸੀ। ਸਾਰੇ ਲਾੜੇ ਅਤੇ ਦੁਲਹਨਾਂ ਨੂੰ ਕੱਪੜੇ ਤੇ ਗਹਿਣੇ ਦੇ ਦਾਜ ਦਾ ਸਮਾਨ ਸਭ ਕੁਝ ਪ੍ਰਕਾਸ਼ ਜੀ ਨੇ ਕੀਤਾ, ਕਿਉਂਕਿ ਉਹਨਾਂ ਦਾ ਆਪਣਾ ਤਾਂ ਕਿਸੇ ਵੀ ਪ੍ਰਕਾਰ ਦਾ ਕੋਈ ਖਰਚਾ ਨਹੀਂ ਸੀ, ਨਾ ਹੀ ਕਿਸੇ ਬੇਟੇ ਜਾਂ ਬੇਟੀ ਦਾ ਵਿਆਹ ਕਰਨਾ ਸੀ ਜਿਸ ਦੇ ਲਈ ਉਹ ਧਨ ਜੋੜ ਕੇ ਰੱਖਦੇ। ਉਹਨਾਂ ਦੇ ਮਨ ਵਿੱਚ ਸਿਰਫ ਇੱਕ ਹੀ ਗੱਲ ਸੀ ਕਿ ਇੱਕ ਦਿਨ ਉਹ ਆਪਣੇ ਬੱਚਿਆਂ ਨੂੰ ਇੰਨਾ ਕਾਮਯਾਬ ਬਣ ਕੇ ਦਿਖਾਉਣਗੇ ਕਿ ਉਹ ਦੋਨੋਂ ਦੇਖਦੇ ਰਹਿ ਜਾਣਗੇ। ਪਰ ਇੰਨਾ ਨਹੀਂ ਸੋਚਿਆ ਸੀ ਕਿ ਉਹ ਦੋਨੋਂ ਵੀ ਗਰੀਬਾਂ ਦੀ ਲਾਈਨ 'ਚ ਆਪਣੇ ਬੱਚਿਆਂ ਦਾ ਵਿਆਹ ਕਰਨ ਦੇ ਲਈ ਖੜੇ ਹੋਣਗੇ। ਉਹਨਾਂ ਨੇ ਜਦੋਂ ਬੱਚਿਆਂ ਦੇ ਨਾਮ ਦੇ ਨਾਲ ਉਹਨਾਂ ਦੇ ਮਾਤਾ-ਪਿਤਾ ਦਾ ਨਾਮ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਉਸ ਤੋਂ ਪਹਿਲਾਂ ਹੀ ਉਹਨਾਂ ਨੇ 5 ਬਲਾਕਾਂ 'ਚ ਗਰੀਬ ਮਾਤਾ-ਪਿਤਾ ਦੇ ਬੱਚਿਆਂ ਦੇ ਵਿਆਹ ਕਰਵਾਏ ਸੀ ਤਾਂ ਕਿ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਗਈ ਸੀ। ਪਰ ਇਸ ਸਮੂਹਿਕ ਵਿਆਹ ਵਿੱਚ ਉਹਨਾਂ ਦੀ ਪ੍ਰਤੀਕਿਰਿਆ ਕੁਝ ਅਲੱਗ ਹੋਈ। ਪੱਤਰਕਾਰਾਂ ਨੂੰ ਰਾਈ ਦਾ ਪਹਾੜ ਬਣਾਉਣ ਦਾ ਮੌਕਾ ਮਿਲ ਗਿਆ। ਉਹਨਾਂ ਨੇ ਪ੍ਰਕਾਸ਼ ਜੀ ਦੇ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਹਰ ਵਾਰ ਤੁਸੀਂ ਵਿਆਹਾਂ 'ਚ ਬਹੁਤ ਖੁਸ਼ ਨਜ਼ਰ ਆਉਂਦੇ ਹੋ, ਪਰ ਇਸ ਵਾਰ ਵਿਆਹ 'ਚ ਅਜਿਹਾ ਕੁਝ ਵੀ ਨਹੀਂ ਹੋਇਆ। ਤੁਹਾਡੀ ਪ੍ਰਤੀਕਿਰਿਆ ਵਿੱਚ ਕੁਝ ਜ਼ਿਆਦਾ ਬਦਲਾਅ ਆ ਗਿਆ। ਇਸ ਉਮਰ ਵਿੱਚ ਵੀ ਬਿਨਾਂ ਕਿਸੇ ਤੋਂ ਮਦਦ ਲਈ ਇੰਨੀ ਸਫਲਤਾ ਹਾਸਲ ਕਰਨਾ, ਇਹ ਸਭ ਕਿਵੇਂ ਸੰਭਵ ਹੋਇਆ? ਪ੍ਰਕਾਸ਼ ਜੀ ਧਰਮ ਸੰਕਟ 'ਚ ਪੈ ਗਏ ਕਿ ਲੋਕਾਂ ਨੂੰ ਕੀ ਜਵਾਬ ਦੇਣ। ਫਿਰ ਸ਼ੀਲਾ ਜੀ ਆਪਣੀ ਕੁਰਸੀ ਤੋਂ ਉੱਠੀ, ਪ੍ਰਕਾਸ਼ ਜੀ ਦੇ ਕੋਲ ਜਾ ਕੇ ਬੋਲੀ, ਦੱਸ ਦਿਓ ਨਾ, ਇਹ ਲੋਕ ਵੀ ਤਾਂ ਸਾਡੇ ਬੱਚਿਆਂ ਵਰਗੇ ਹੀ ਆ। ਜਿਨ੍ਹਾਂ ਬੱਚਿਆਂ ਨੂੰ ਜੀਵਨ ਭਰ ਦੀ ਕਮਾਈ ਖਵਾ ਦਿੱਤੀ, ਉਹ ਤਾਂ ਆਪਣੇ ਸਕੇ ਨਹੀਂ ਹੋਏ। ਹੁਣ ਇਹਨਾਂ ਬੱਚਿਆਂ ਨੂੰ ਆਪਣੀ ਸੱਚਾਈ ਦੱਸ ਕੇ ਕੁਝ ਪੈਸੇ ਕਮਾਉਣ ਦਾ ਮੌਕਾ ਇਹਨਾਂ ਨੂੰ ਵੀ ਦੇ ਦਿਓ। ਹੁਣ ਪੱਤਰਕਾਰਾਂ ਨੂੰ ਮੌਕਾ ਮਿਲ ਗਿਆ। ਸ਼ੀਲਾ ਜੀ ਦੇ ਬੋਲਣ ਦਾ ਕੀ ਮਤਲਬ ਆ? ਫਿਰ ਪੱਤਰਕਾਰਾਂ ਦੀ ਜਿਗਿਆਸਾ ਸ਼ਾਂਤ ਕਰਨ ਦੇ ਲਈ ਪ੍ਰਕਾਸ਼ ਜੀ ਨੇ ਉਹਨਾਂ ਨੂੰ ਸਾਰੀ ਘਟਨਾ ਦੱਸ ਦਿੱਤੀ ਕਿ ਜਦੋਂ ਤੋਂ ਵਿਆਹ ਹੋਇਆ ਸੀ ਤਾਂ ਲੋਕ ਕਿਵੇਂ ਤਾਨੇ ਮਾਰਦੇ ਸੀ। ਦੋਨਾਂ ਬੇਟਿਆਂ ਦੇ ਜਨਮ ਲੈਣ ਤੋਂ ਬਾਅਦ ਮੈਂ ਕਿਸ ਪ੍ਰਕਾਰ ਘਰ ਖੁਸ਼ੀਆਂ ਮਨਾਈਆਂ, ਪਰ ਉਹਨਾਂ ਬੱਚਿਆਂ ਨੇ ਆਪਣੇ ਬੁੱਢੇ ਮਾਂ-ਬਾਪ ਨੂੰ ਲੱਤ ਮਾਰ ਕੇ ਘਰ 'ਚੋਂ ਬਾਹਰ ਕੱਢ ਦਿੱਤਾ। ਪਰ ਕਹਿੰਦੇ ਆ ਨਾ ਕਿ ਸਮਾਂ ਸਭ ਦਾ ਇੱਕੋ ਜਿਹਾ ਨਹੀਂ ਰਹਿੰਦਾ। ਬਸ ਇਹੀ ਹੋਇਆ ਸਾਡੇ ਨਾਲ। ਅਸੀਂ ਵੀ ਆਪਣੇ ਬੁਢਾਪੇ 'ਚ ਖੂਬ ਮਿਹਨਤ ਕੀਤੀ, ਪੂਰੀ ਇਮਾਨਦਾਰੀ ਦੇ ਨਾਲ। ਸਾਡਾ ਵਿਵਹਾਰ ਬਹੁਤ ਚੰਗਾ ਸੀ। ਸਾਡੇ ਪੁਰਾਣੇ ਕਸਟਮਰ, ਪੁਰਾਣੇ ਵਰਕਰ ਫਿਰ ਸਾਡੇ ਕੋਲ ਆ ਗਏ। ਸਾਡਾ ਬਿਜ਼ਨਸ ਅਸਮਾਨ ਤੱਕ ਪਹੁੰਚ ਗਿਆ। ਫਿਰ ਕਹਿੰਦੇ ਆ ਨਾ ਕਿ ਇੱਕ ਸਫਲ ਇਨਸਾਨ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ। ਬਸ ਇਹੀ ਹੋਇਆ ਮੇਰੇ ਨਾਲ ਵੀ। ਮੇਰੀ ਸਫਲਤਾ ਦੇ ਪਿੱਛੇ ਮੇਰੀ ਪਤਨੀ ਦਾ ਹੱਥ ਆ। ਮੇਰੀ ਪਤਨੀ ਸ਼ੀਲਾ ਜੀ ਮੇਰੇ ਨਾਲ ਨਹੀਂ ਹੁੰਦੀ ਤਾਂ ਸ਼ਾਇਦ ਮੈਂ ਇਸ ਮੁਕਾਮ ਤੱਕ ਨਾ ਪਹੁੰਚਦਾ। ਜਦੋਂ ਪ੍ਰਕਾਸ਼ ਜੀ ਨੇ ਆਪਣੀ ਸੱਚਾਈ ਦੱਸੀ, ਆਪਣੀ ਸਫਲਤਾ ਦਾ ਰਾਜ ਦੱਸਿਆ ਤਾਂ ਪੂਰਾ ਹਾਲ ਤਾੜੀਆਂ 'ਚ ਗੂੰਜ ਉੱਠਿਆ। ਉੱਥੇ ਉਹਨਾਂ ਦੇ ਦੋਨੋਂ ਬੇਟੇ ਤੇ ਦੋਨੋਂ ਨੂੰਹਾਂ ਨਜ਼ਰ ਝੁਕਾ ਕੇ ਖੜੇ ਸੀ। ਜਦੋਂ ਉੱਥੋਂ ਦਾ ਸਾਰਾ ਪ੍ਰੋਗਰਾਮ ਸੰਪੰਨ ਹੋ ਗਿਆ, ਜਿਵੇਂ ਹੀ ਆਪਣੀ ਪਤਨੀ ਸ਼ੀਲਾ ਜੀ ਦੇ ਨਾਲ ਆਪਣੀ ਕਾਰ 'ਚ ਬੈਠਣ ਦੇ ਲਈ ਕਾਰ ਦੇ ਕੋਲ ਆਏ ਤਾਂ ਦੋਨੋਂ ਬੇਟੇ ਤੇ ਨੂੰਹਾਂ ਉਹਨਾਂ ਦੇ ਪੈਰ ਫੜ ਕੇ ਮਾफ़ੀ ਮੰਗਣ ਲੱਗੇ। ਸਾਰੇ ਪੱਤਰਕਾਰ ਉਹਨਾਂ ਦੇ ਕੋਲ ਆ ਗਏ ਤੇ ਪੁੱਛਣ ਲੱਗੇ, ਤੁਸੀਂ ਕੌਣ ਹੋ ਤੇ ਇਹਨਾਂ ਦੇ ਪੈਰਾਂ ਵਿੱਚ ਬੈਠ ਕੇ ਮਾफ़ੀ ਕਿਉਂ ਮੰਗ ਰਹੇ ਹੋ? ਉੱਧਰ ਪ੍ਰਕਾਸ਼ ਜੀ ਬੋਲਣ ਹੀ ਵਾਲੇ ਸੀ। ਉਸ ਤੋਂ ਪਹਿਲਾਂ ਰਾਕੇਸ਼ ਬੋਲਿਆ ਕਿ ਅਸੀਂ ਪਹਿਲਾਂ ਇਹਨਾਂ ਦੇ ਕੋਲ ਕੰਮ ਕਰਦੇ ਸੀ, ਪਰ ਕੁਝ ਗਲਤੀ ਦੇ ਕਾਰਨ ਸੇਠ ਜੀ ਨੇ ਸਾਨੂੰ ਕੰਮ ਤੋਂ ਬਾਹਰ ਕੱਢ ਦਿੱਤਾ। ਇਸ ਲਈ ਅਸੀਂ ਮਾफ़ੀ ਮੰਗ ਰਹੇ ਹਾਂ ਕਿ ਸਾਨੂੰ ਫਿਰ ਆਪਣੇ ਕੰਮ 'ਤੇ ਰੱਖ ਲਓ। ਫਿਰ ਪਿੱਛੋਂ ਪ੍ਰਕਾਸ਼ ਜੀ ਦਾ ਇੱਕ ਬਹੁਤ ਪੁਰਾਣਾ ਤੇ ਵਫਾਦਾਰ ਨੌਕਰ ਆਇਆ। ਉਸ 'ਤੇ ਰਾਕੇਸ਼ ਨੇ ਚੋਰੀ ਦਾ ਝੂਠਾ ਇਲਜ਼ਾਮ ਲਗਾ ਕੇ ਕੰਮ ਤੋਂ ਬਾਹਰ ਕੱਢ ਦਿੱਤਾ ਸੀ। ਉਸ ਨੇ ਕਿਹਾ, ਨਹੀਂ, ਇਹ ਦੋਨੋਂ ਸਾਡੇ ਸੇਠ ਜੀ ਦੇ ਨਲਾਇਕ ਬੇਟੇ ਆ, ਜਿਨ੍ਹਾਂ ਨੇ ਸੇਠ ਜੀ ਨੂੰ ਲੱਤ ਮਾਰ ਕੇ ਘਰ 'ਚੋਂ ਕੱਢਿਆ ਸੀ ਤੇ ਸਾਡੀ ਸੇਠਾਣੀ ਜੀ ਬਿਮਾਰੀ ਦੀ ਹਾਲਤ ਵਿੱਚ ਘਰ ਤੋਂ ਬਾਹਰ ਕੱਢੀ ਗਈ ਤੇ ਅੱਜ ਬਦਨਾਮੀ ਦੇ ਡਰ ਤੋਂ ਆਪਣੇ ਆਪ ਨੂੰ ਸੇਠ ਜੀ ਦਾ ਇੱਕ ਮਾਮੂਲੀ ਜਿਹਾ ਕਰਮਚਾਰੀ ਦੱਸ ਰਹੇ ਆ। ਕਿਉਂ ਬੇਟਾ, ਦੱਸਣ 'ਚ ਸ਼ਰਮ ਕਿਉਂ ਆ ਰਹੀ ਆ? ਫਿਰ ਲੋਕਾਂ ਨੇ ਉਹਨਾਂ ਦੀ ਬਹੁਤ ਬੇਇੱਜ਼ਤੀ ਕੀਤੀ। ਸੋਸ਼ਲ ਮੀਡੀਆ ਵਾਲਿਆਂ ਨੇ ਪ੍ਰਕਾਸ਼ ਜੀ ਨੂੰ ਪੁੱਛਿਆ ਕਿ ਤੁਹਾਡੇ ਕੋਲ ਬਹੁਤ ਪ੍ਰਾਪਰਟੀ ਆ, ਤੁਸੀਂ ਇਸ ਪ੍ਰਾਪਰਟੀ ਦਾ ਕੀ ਕਰੋਗੇ?
ਉਹਨਾਂ ਨੇ ਕਿਹਾ ਕਿ ਸਾਡੀ ਜ਼ਿੰਦਗੀ ਕਿੰਨੀ ਕੁ ਬਚੀ ਆ, ਸਾਡਾ ਵੀ ਉੱਪਰ ਵਾਲੇ ਵੱਲੋਂ ਟਿਕਟ ਆ ਜਾਵੇਗਾ ਤੇ ਅਸੀਂ ਚਲੇ ਜਾਵਾਂਗੇ। ਹਾਂ, ਜਿੰਨੀ ਸਾਡੇ ਕੋਲ ਪ੍ਰਾਪਰਟੀ ਆ ਉਹਨਾਂ ਦਾ ਇੱਕ ਹਿੱਸਾ ਮੈਂ ਆਪਣੇ ਪੋਤੇ ਪੋਤੀਆਂ ਦੇ ਨਾਮ ਕਰਾਂਗਾ। ਬਾਕੀ ਦੀ ਪ੍ਰਾਪਰਟੀ ਸਮੂਹਿਕ ਵਿਆਹਾਂ ਅਤੇ ਅਨਾਥ ਬੱਚਿਆਂ ਦੇ ਲਈ ਜਾਂ ਸਾਡੇ ਵਰਗੇ ਬਜ਼ੁਰਗਾਂ ਦੀ ਸਹਾਇਤਾ ਦੇ ਲਈ, ਜਿਨ੍ਹਾਂ ਦੇ ਨਲਾਇਕ ਬੱਚੇ ਉਹਨਾਂ ਨੂੰ ਬੁਢਾਪੇ 'ਚ ਛੱਡ ਦਿੰਦੇ ਆ, ਉਹਨਾਂ ਦੇ ਲਈ ਛੱਡ ਕੇ ਜਾਣਾ ਚਾਹੁੰਦਾ। ਜਦੋਂ ਪੱਤਰਕਾਰ ਨੇ ਪੁੱਛਿਆ ਕਿ ਆਪਣੇ ਬੇਟਿਆਂ ਦੇ ਲਈ ਤੁਸੀਂ ਕੁਝ ਬੇਟਿਆਂ ਨੂੰ ਕੁਝ ਦੇਣਾ ਚਾਹੋਗੇ, ਪ੍ਰਕਾਸ਼ ਜੀ ਨੇ ਕਿਹਾ ਇਸ ਦਾ ਉੱਤਰ ਸ਼ੀਲਾ ਜੀ ਨੂੰ ਦੇਣ ਦੇ ਲਈ ਕਿਹਾ। ਸ਼ੀਲਾ ਜੀ ਵੀ ਬੜੇ ਤਿੱਖੇ ਵਿਅੰਗ 'ਚ ਬੋਲੀ ਕਿ ਅੱਜ ਤੱਕ ਅਸੀਂ ਸੁਣਿਆ ਸੀ ਕਿ ਪੁੱਤ ਭਾਵੇਂ ਕਪੁੱਤ ਹੋ ਜਾਵੇ ਪਰ ਮਾਤਾ ਕਦੇ ਕਮਾਤਾ ਨਹੀਂ ਹੁੰਦੀ, ਪਰ ਅੱਜ ਇੱਕ ਮਾਤਾ ਕਮਾਤਾ ਬਣਨਾ ਚਾਹੁੰਦੀ ਆ। ਜੇ ਗਲਤੀ ਹੋ ਗਈ ਤਾਂ ਤੁਸੀਂ ਮੈਨੂੰ ਇਸ ਬਾਰੇ ਸਮਝਾ ਦਿਓ, ਪਰ ਮੇਰਾ ਆਪਣਾ ਵਿਚਾਰ ਆ ਕਿ ਜਿਨ੍ਹਾਂ ਨੇ ਆਪਣੇ ਖੂਨ ਪਸੀਨਾ ਇੱਕ ਕਰਕੇ ਕਦੇ ਕਿਤੇ ਘੁੰਮਣ ਨਹੀਂ ਗਏ, ਕਦੇ ਕੁਝ ਚੰਗਾ ਖਾ ਪੀ ਕੇ ਨਹੀਂ ਦੇਖਿਆ, ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇਣ ਦੇ ਲਈ ਚੰਗੇ ਚੰਗੇ ਸਕੂਲਾਂ 'ਚ ਪੜ੍ਹਾਇਆ ਤਾਂ ਜੋ ਸਾਡੇ ਬੁਢਾਪੇ 'ਚ ਸਾਡਾ ਸਹਾਰਾ ਬਣਨ, ਪਰ ਇਹ ਬੁਢਾਪੇ 'ਚ ਸਹਾਰਾ ਨਹੀਂ, ਸਗੋਂ ਸਾਡੇ 'ਤੇ ਕੁੱਟਮਾਰ ਕੀਤੀ, ਧੱਕੇ ਮਾਰ ਕੇ ਸਾਨੂੰ ਬਾਹਰ ਕੱਢਿਆ। ਇਸ ਲਈ ਮੈਂ ਇਹਨਾਂ ਨੂੰ ਫੁੱਟੀ ਕੌੜੀ ਨਹੀਂ ਦੇਣ ਵਾਲੀ। ਸ਼ੀਲਾ ਜੀ ਦੇ ਇਹ ਵਿਚਾਰ ਸੁਣ ਕੇ ਸਭ ਨੇ ਤਾੜੀਆਂ ਦੇ ਨਾਲ ਉਹਨਾਂ ਦਾ ਵਿਚਾਰਾਂ ਦਾ ਸਨਮਾਨ ਕੀਤਾ। ਸੋ ਦੋਸਤੋ, ਇਸ ਵਿੱਚ ਸ਼ੀਲਾ ਜੀ ਨੇ ਇਹ ਕਹਿ ਕੇ ਸਹੀ ਕੀਤਾ ਸੀ ਜਾਂ ਗਲਤ, ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਮਿਲਦੇ ਹਾਂ ਕਿਸੇ ਅਜਿਹੀ ਨਵੀਂ ਕਹਾਣੀ ਦੇ ਨਾਲ, ਤਦ ਤੱਕ ਰੱਬ ਰਾਖਾ।